ਬੀਜੇਪੀ ਦੀ ਸਰਕਾਰ ਐਕਚੁਅਲੀ ਚਾਹੁੰਦੀ ਕੀ ਹੈ? ਪਹਿਲਾਂ ਤਾਂ ਸਟੇਟਸ ਦੇ ਐਂਟੀ ਹੈ, ਬਹੁਤ ਜ਼ਿਆਦਾ ਹੈ। ਇਹ ਜਿਹੜਾ ਸਾਡਾ ਫੈਡਰਲ ਸਟਰਕਚਰ ਆ ਉਹਨੂੰ ਖਤਮ ਕਰਨਾ ਚਾਹੁੰਦੀ ਹੈ, ਟੋਟਲ ਐਂਡ ਟੋਟਲ ਚੀਜ਼ਾਂ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ। ਤੇ ਹੁਣ ਇਹਨਾਂ ਨੇ ਪੰਜਾਬ ਦੇ ਕਿਸਾਨ ਦਾ ਗਲਾ ਘੁੱਟਤਾ, ਆਰਡੀਐਫ ਇਹਨਾਂ ਨੇ ਜਮਾਂ ਹੀ ਬੰਦ ਕਰਤਾ, ਫਿਰ ਇਹ ਕਟੌਤੀਆਂ ਕਰਦੇ ਪਏ ਨੇ ਹੋਰ ਫੰਡਾਂ ਦੇ ਵਿੱਚ। ਬਾਦਲ ਸਰਕਾਰ ਜਦੋਂ ਰਹੀ ਆ ਉਹਨਾਂ ਨੇ ਇਹ ਸੰਗਤ ਦਰਸ਼ਨਾਂ ਦੇ ਵਿੱਚ ਪੈਸਾ ਵੇਸਟ ਕੀਤਾ, ਜਦੋਂ ਕਿ ਆਰਡੀ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈਗਾ ਆ, ਇਹ ਰੂਰਲ ਏਰੀਏ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਲਈ ਖਰਚ ਕਰਨਾ ਸੀਗਾ। ਝੂਠ ਬੋਲ ਕੇ ਆਪਣਾ ਕਾਂਗਰਸ ਨੇ 2017 ਦੇ ਵਿੱਚ ਗਵਰਨਮੈਂਟ ਲਿਆਂਦੀ ਕਿ ਜੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ, ਤੇ ਕਰਜ਼ੇ ਮਾਫ ਕਰਨ ਦੇ ਵਾਸਤੇ ਉਹਨਾਂ ਨੇ ਕੋਈ ਫੰਡ, ਕੋਈ ਪੈਸਾ ਕਿੱਥੋਂ ਜਨਰੇਟ ਕਰਨਾ ਸੀਗਾ? ਉਹਨਾਂ ਨੇ ਚੱਕ ਕੇ ਰੂਰਲ ਡਿਵੈਲਪਮੈਂਟ ਦਾ ਜਿਹੜਾ ਪੈਸਾ ਸੀ ਆਰਡੀਐਫ ਦਾ, ਉਹ ਵੰਡਣਾ ਸ਼ੁਰੂ ਕਰ ਦਿੱਤਾ। ਐਕਚੁਅਲੀ ਇਹਨਾਂ ਕੋਲੇ ਆਪਣੇ ਫਾਈਨੈਂਸਿਸ ਨੇ ਜਿਹੜੇ ਉਹ ਮੈਨੇਜ ਹੋ ਨਹੀਂ ਰਹੇ। ਤੁਸੀਂ ਕੇਂਦਰ ਦੀ ਸਰਕਾਰ ਦਾ ਡੈਫਿਸਿਟ ਦੇਖੋ ਕਿੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ। ਇਹਨਾਂ ਨੂੰ ਲੋਨ ਇੰਨੇ ਚੱਕਣੇ ਪੈ ਰਹੇ ਕੇਂਦਰ ਦੀ ਸਰਕਾਰ। ਵਿਤਕਰਾ ਕਰਨ ਦਾ ਕਾਰਨ ਕੀ ਸਮਝਦੇ ਹੋ? ਤੁਹਾਡੇ ਹੀ ਚੁੰਡੀ ਕਿਉਂ ਵੱਢੀ ਜਾ ਰਹੀ ਹੈ? ਤੁਸੀਂ ਕਹਿ ਰਹੇ ਹੋ ਕਿ ਇਦੋਂ ਪਹਿਲਾਂ ਸਾਰਿਆਂ ਨਾਲ ਠੀਕ ਰਹਿੰਦੇ ਰਹੇ ਆ। ਲੋਕੀ ਤਾਂ ਕਹਿੰਦੇ ਈਡੀ ਦਾ ਮਿਸਯੂਜ਼ ਕਰਦੇ ਆ, ਸੀਬੀਆਈ ਦਾ ਮਿਸਯੂਜ਼ ਕਰਦੇ ਆ, ਬਟ ਇੱਕ ਨਵੀਂ ਏਜੰਸੀ ਦਾ ਮਿਸਯੂਜ਼ ਸਾਹਮਣੇ ਆ ਰਿਹਾ, ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਮਿਸਯੂਜ਼ ਹੈ। ਇੱਕ ਮੈਂ ਗੱਲ ਸੁਣੀ ਸੀਗੀ ਕਿ ਦਾਦਾ ਲਾਵੇ ਤੇ ਪੋਤਾ ਖਾਵੇ, ਮਤਲਬ ਕਿ ਵੀ ਸਾਡੇ ਵੱਡ ਵਡੇਰੇ ਸਾਡੇ ਲਈ ਚੰਗਾ ਬੀਜ ਕੇ ਜਾਂਦੇ ਆ। ਇੱਥੇ ਮੈਨੂੰ ਲੱਗਦਾ ਮੈਨੂੰ ਇਹ ਉਦਾਹਰਨ ਵਰਤਣੀ ਪਊਗੀ ਕਿ ਕਰੇ ਕੋਈ ਤੇ ਭਰੇ ਕੋਈ। ਹੁਣ ਮਿਸਯੂਜ਼ ਤੁਹਾਡੀ ਸਰਕਾਰ ਕਰ ਗਈ, ਪੈਸਾ ਇਹਨਾਂ ਨੂੰ ਨਹੀਂ ਮਿਲਦਾ ਪਿਆ, ਤਰਾਹੀ ਅਸੀਂ ਕਰੀ ਜਾ ਰਹੇ ਹਾਂ। ਦੱਸੋ ਭਾਈ ਇਦਾਂ ਕਿਉਂ? ਧਾਲੀਵਾਲ ਸਾਹਿਬ, ਜੇ ਇਹ ਗੱਲ 'ਚ 1% ਦੀ ਵੀ ਸੱਚਾਈ ਹੁੰਦੀ ਵੀ ਕੋਈ ਮਿਸਯੂਜ਼ੇਜ ਹੋਈ ਹੈ ਤਾਂ ਹੁਣ ਤੱਕ ਇਨਕੁਆਇਰੀ ਆਰਡਰ ਹੋ ਗਈ ਹੁੰਦੀ। ਕੋਈ ਬੰਦਾ ਫੜਿਆ ਨਹੀਂ ਗਿਆ ਤਾਂ ਮਤਲਬ ਇਹ ਗੱਲ ਬੇਬੁਨਿਆਦ, ਬੇਸਲੈਸ ਹੈ। ਇਹ ਗੱਲ ਨੂੰ ਡਿਸਰਿਗਾਰਡ ਕਰ ਦਿਓ। ਆਮ ਆਦਮੀ ਪਾਰਟੀ ਦੇ ਮੋਢਿਓਂ ਭਾਰ ਝੱਲ ਨਹੀਂ ਪਾ ਰਹੇ ਹੈ, ਤਾਂ ਕਰਕੇ ਲੋਕਾਂ ਨੇ ਜਿਹੜਾ ਝਾੜੂ ਖੜਾ ਕੀਤਾ ਸੀਗਾ, ਪਹਿਲਾਂ ਸੰਗਰੂਰ 'ਚ ਲੰਬਾ ਪਾਇਆ, ਹੁਣ ਜਲੰਧਰ ਪਹੁੰਚ ਜਾ ਰਹੇ ਹੈ। ਜਿਹੜੇ ਉਦੋਂ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਮਿਸਯੂਜ਼ ਕੀਤਾ, ਕੀ ਹੁਣ ਉਹਨਾਂ ਦਾ ਮਿਸਯੂਜ਼ ਬੀਜੇਪੀ ਕਰ ਰਹੀ ਹੈ? ਉਹ ਤਾਂ ਜਿਹੜੇ ਬੰਦੇ ਨੂੰ ਕਾਂਗਰਸ ਨੇ ਚਲਦੀ ਲਾਰੀ ਚੋਂ ਲਾਤਾ ਤੇ ਹੱਥ ਦੇ ਕੇ ਤੁਸੀਂ ਚੜਾ ਲਿਆ ਬੰਦਾ ਉਹ, ਤੇ ਹੁਣ ਫਿਰ ਪਹਿਲਾਂ ਉਹ ਬੰਦਾ ਮਿਸਯੂਜ਼ ਕਰ ਗਿਆ, ਹੁਣ ਤੁਸੀਂ ਰੱਖ ਲਿਆ ਯੂਜ਼ ਕਰਨ ਨੂੰ। ਵੀ ਪੰਜਾਬ ਤਾਂ ਫੇਰ ਉਹੀ ਹੈ, ਰੋਂਦਾ ਰਹੇਗਾ। ਇਹ ਬਿਲਕੁਲ ਗਲਤ ਗੱਲ ਹੈਗੀ ਆ ਕਿ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣਾ ਕਰਜ਼ਾ ਮੋੜਨ ਦੇ ਵਾਸਤੇ ਉਹ ਪੈਸਾ ਨਹੀਂ ਯੂਜ਼ ਕੀਤਾ। ਇਹ ਫੈਕਟ ਹੈਗਾ ਆ, ਚੈੱਕ ਕਰ ਲਓ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹੈਗਾ। ਐਕਚੁਅਲੀ ਕੇਂਦਰ ਦੀ ਸਰਕਾਰ ਚਾਹੁੰਦੀ ਕੀ ਹੈ ਕਿ ਸਟੇਟਾਂ ਨੂੰ ਬਿਲਕੁਲ ਨਿਚੋੜ ਦਿੱਤਾ ਜਾਵੇ ਤੇ ਸਟੇਟਾਂ ਦਾ ਜਿਹੜਾ ਸਟੇਟਸ ਹੈ ਬਿਲਕੁਲ ਕਰੰਬਲ ਕਰ ਦਿੱਤਾ ਜਾਵੇ, ਤੇ ਸਟੇਟਾਂ ਮਿਹਨਤਾਂ ਕਰਦੀਆਂ ਰਹਿਣ ਸੈਂਟਰ ਦੀਆਂ ਹਰ ਚੀਜ਼ ਵਾਸਤੇ। ਤਾਂ ਲੱਦੜ ਸਾਹਿਬ ਵੀ ਐ ਕੀ ਆ ਵੀ ਪੈਰੀ ਹੱਥ ਲਵਾ ਕੇ ਚੀਜ਼ ਦੇਣੀ ਆ, ਚਲੋ ਉਹ ਲਵਾ ਲੈਂਦੇ ਆ ਕਹਿ ਕੂ ਕੇ। ਦੇਖੋ ਜਿਹੜੇ ਸਾਡੇ ਮਹਾਰਾਜਾ ਆਪਣੇ ਦਿੱਲੀ ਵਾਲੇ ਆ, ਉਹਨਾਂ ਨੇ 45 ਕਰੋੜ ਰੁਪਈਆ ਆਪਣੇ ਸ਼ੀਸ਼ ਮਹਿਲ ਤੇ ਲਾਤਾ ਹੈਗਾ। 8-8 ਲੱਖ ਦਾ ਇੱਕ ਪਰਦਾ ਲਿਆ, ਉਹ ਪੈਸਾ ਕਿਹਦਾ ਆ? ਕਹਿੰਦੇ ਸੀਗੇ ਕਿ ਮੈਂ ਆਮ ਆਦਮੀ ਆ, ਚੱਪਲ ਪਾ ਲਈ, ਡਬਲ ਐਕਸਐਲ ਦੀ ਸ਼ਰਟ ਪਾ ਲਈ, ਇੱਕ ਬਾਂਦਰ ਟੋਪੀ ਲੈ ਲਈ, ਖਾਉਂ ਕਰਦੇ ਰਹੇ ਜਸਟ ਟੂ ਇੰਡੀਕੇਟ ਕਿ ਮੈਂ ਆਪਣਾ ਬੜਾ ਹੀ ਗਰੀਬੜਾ ਜਿਹਾ ਹੈਗਾ ਆ। ਔਰ 8-8 ਲੱਖ ਰੁਪਏ ਦਾ ਇੱਕ ਪਰਦਾ, ਸਵਿਮਿੰਗ ਪੂਲ, ਆਲ ਵੈਦਰ, ਪਤਾ ਨਹੀਂ ਕਿੰਨੇ ਘਰ ਢਾਤੇ। ਹੁਣ ਤੁਸੀਂ 22,200 ਕਰੋੜ ਰੁਪਏ ਦੀ ਤਾਂ ਸਬਸਿਡੀ ਦੇਤੀ ਆ ਬਿਜਲੀ ਬੋਰਡ ਨੂੰ ਕਿ ਅਸੀਂ ਫ੍ਰੀ ਦੇਵਾਂਗੇ। 1000 ਕਰੋੜ ਰੁਪਏ ਵਾਸਤੇ ਚੀਕਾਂ ਮਾਰ ਰਹੇ ਹੋ। ਸਰਕਾਰ ਚਲਾਣੀ ਆਂਦੀ ਨਹੀਂ, ਨਾਚ ਨਾ ਜਾਣੇ ਆਂਗਣ ਟੇਢਾ, ਗੱਲਾਂ ਕਰਦੇ ਆ ਵੱਡੀਆਂ। ਇਹਨਾਂ ਨੇ ਕਿਸਾਨਾਂ ਦਾ ਗਲਾ ਸਟਾਰਟਿੰਗ ਤੋਂ ਘੁੱਟਿਆ। ਤੁਸੀਂ ਦੇਖੋ 700 ਕਿਸਾਨ ਸਾਡਾ ਮਾਰਤਾ ਇਹਨਾਂ ਨੇ ਬਾਰਡਰ ਦੇ ਉੱਤੇ। ਕਿਸੇ ਦੇ ਗੋਲੀ ਮਾਰੀ, ਕਿਸੇ ਦੇ ਡੰਡਾ ਮਾਰਿਆ, ਫालतू ਗੱਲਾਂ ਕਰਦੇ ਆ ਇਹ। ਤੁਸੀਂ ਭਾਈ ਐਨੇ ਸਟੇਟ ਦੇ ਮਾਲਕ ਹੋ, ਤੁਸੀਂ ਆਪਣਾ ਬੀਜੇਪੀ ਦੇ ਗਵਰਨਮੈਂਟ ਆਫ ਇੰਡੀਆ ਨਾਲ ਟੱਕਰ ਲੈ ਰਹੇ ਹੋ। ਇਹ ਪਹਿਲੀ ਸਰਕਾਰ ਹੈ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਇਤਿਹਾਸ ਦੇ ਵਿੱਚ ਜਿਹੜੇ ਐਸਾ ਮੰਤਰਾਲਿਆ ਖੋਲਤਾ। ਹਰ ਸਾਲ ਇਹ ਪੀਐਸਯੂ ਵੇਚੀ ਜਾਂਦੇ ਨੇ। ਇਹ ਬੀਐਸਐਨਐਲ ਦੀਆਂ ਧੱਜੀਆਂ ਕੱਢ ਦਿੱਤੀਆਂ ਇਹਨਾਂ ਨੇ। ਜੀਰੇ ਵਾਲੀ ਫੈਕਟਰੀ ਕਿਹਨੇ ਬੰਦ ਕੀਤੀ ਆ? 2,500 ਬੰਦਾ ਬੇਰੁਜ਼ਗਾਰ ਕਰਤਾ ਤੁਸੀਂ। ਦਰਸ਼ਕਾਂ ਨੂੰ ਦੱਸੋ ਕਿਵੇਂ ਤੁਸੀਂ ਦੇਸ਼ ਨੂੰ ਵੇਚ ਰਹੇ ਹੋ। ਦਰਸ਼ਕਾਂ ਨੂੰ ਦੱਸੋ ਕਿਵੇਂ ਤੁਸੀਂ ਸੈਂਟਰ ਦੇ ਪੈਸੇ ਮਿਸਮੈਨੇਜ ਕਰ ਰਹੇ ਹੋ। ਦਰਸ਼ਕਾਂ ਨੂੰ ਦੱਸੋ ਕਿਵੇਂ ਹਰ ਸਾਲ ਹਿੰਦੁਸਤਾਨ ਦੇ ਉੱਤੇ ਕਰਜ਼ਾ ਚਾੜੀ ਜਾਂਦੇ ਹੋ। 92 ਸੀਟਾਂ ਹੋਣ ਦੇ ਬਾਵਜੂਦ ਤੁਸੀਂ ਸਿਰ ਪ੍ਰੋਬਲਮ ਦੱਸਦੇ ਹੋ ਤਾਂ ਮਹੀਨਾ ਹੋ ਗਿਆ। ਧਾਲੀਵਾਲ ਸਾਹਿਬ, ਮਹੀਨੇ ਤੋਂ ਜ਼ਿਆਦਾ ਹੋ ਗਿਆ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਕੰਸੀਡਰ ਕਰ ਰਹੇ ਹਾਂ ਕੋਰਟ ਜਾਣਾ ਬੀਜੇਪੀ ਦੀ ਸਰਕਾਰ ਦੇ ਖਿਲਾਫ ਆਰਡੀਐਫ ਫੰਡਸ ਲੈਣ, ਮਹੀਨਾ ਮੈਨੂੰ ਇਹ ਦੱਸ ਦਿਓ ਕਿ ਕਿਹੜੀ ਐਸੀ ਪਿਟੀਸ਼ਨ ਸੀਗੀ ਜਿਹੜੀ ਤੁਸੀਂ ਦਾਇਰ ਹੀ ਨਹੀਂ ਕਰ ਸਕੇ। ਨੀਅਤ ਹੈ ਤਾਂ ਸਭ ਕੁਝ ਸੰਭਵ ਹੈ, ਨੀਅਤ नहीं तो कुछ भी संभव नहीं है। बीजेपी सरकार की नीयत पैसे देने की नहीं, आम आदमी पार्टी की सरकार नीयत पैसे लैन ਲਈ ਲੜਨ ਦੀ ਨਹੀਂ ਹੈਗੀ, ਪੰਜਾਬ ਲਈ ਲੜਨ ਦੀ ਨਹੀਂ ਹੈਗੀ, ਪੰਜਾਬ ਦੇ ਮੂਹਰੇ ਖੜਨ ਦੀ ਨਹੀਂ ਹੈਗੀ। ਤਾਂ ਕਰਕੇ ਅੱਜ ਪੰਜਾਬ ਨੂੰ ਸਫਰ ਕਰਨਾ ਪੈ ਰਿਹਾ ਹੈ।
ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਹਰ ਰੋਜ਼ ਦੀ ਤਰ੍ਹਾਂ ਨਵਜੋਤ ਸਿੰਘ ਢਾਲੀਵਾਲ ਵੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੱਲ ਕਿਸਾਨ ਦੀ ਕਰਾਂਗੇ, ਕੇਂਦਰ ਤੇ ਪੰਜਾਬ ਦਰਮਿਆਨ ਪਏ ਹੋਏ ਘਸਮਾਨ ਦੀ ਕਰਾਂਗੇ। ਜੇਕਰ ਤੁਸੀਂ ਗੋਲ ਗੱਪੇ ਖਾਣੇ ਚਾਹੁੰਦੇ ਹੋ, ਜੇਕਰ ਤੁਸੀਂ ਟਿੱਕੀਆਂ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ, ਜੇਕਰ ਹੋਰ ਇਹੋ ਜਿਹੇ ਪਕਵਾਨਾਂ ਦਾ ਲੁਤਫ ਲੈਣਾ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਸਮਝਣਾ ਹੋਵੇਗਾ ਪੰਜਾਬ ਦੀ ਜੀਓਗ੍ਰਾਫੀਕਲ ਕੰਡੀਸ਼ਨ ਕੀ ਹੈ, ਪੰਜਾਬ ਦੀ ਇਕਨੋਮਿਕਲ ਕੰਡੀਸ਼ਨ ਕੀ ਹੈ ਤੇ ਪੰਜਾਬ ਬਿਟਵੀਨ ਸੈਂਟਰ ਜਿਹੜੇ ਪੋਲੀਟੀਕਲ ਰਿਸ਼ਤੇ ਹੈ ਉਹ ਕਿਸ ਮੁਹਾਨ ਤੇ ਖੜੇ ਹੈ, ਇਹ ਸਭ ਨੂੰ ਦੇਖਣਾ ਬਹੁਤ ਜ਼ਰੂਰੀ ਹੋਵੇਗਾ। ਅਸੀਂ ਬਹੁਤ ਡਿਸਕਸ ਕਰਦੇ ਹਾਂ, ਅਸੀਂ ਫਰਕ ਪਾ ਕੇ ਦੇਖਦੇ ਹਾਂ, ਅਸੀਂ ਹਰ ਨਜ਼ਰ ਦੇ ਨਾਲ ਵੱਖੋ ਵੱਖ ਰੱਖ ਕੇ ਦੇਖਦੇ ਹਾਂ, ਪਰ ਗੱਲ ਇਹ ਹੈ ਕਿ ਹੁਣ ਤੱਕ, ਮੈਂ ਨਹੀਂ ਕਹਿੰਦਾ ਕਿ ਹੁਣ ਪੰਜਾਬ ਖੇਤੀ ਪ੍ਰਧਾਨ ਸੂਬਾ ਰਿਹਾ, ਹੁਣ ਤੱਕ ਖੇਤੀ ਪ੍ਰਧਾਨ ਸੂਬੇ ਰਹੇ ਪੰਜਾਬ ਦੇ ਵਿੱਚੋਂ ਖੇਤੀ ਮੁੱਖ ਕਾਸ਼ਤ ਦੀ, ਖੇਤੀ ਤੇ ਨਿਰਭਰ ਕਰਨ ਵਾਲੇ ਲੋਕ ਜਦੋਂ ਮਾਰਕੀਟ ਦੇ ਵਿੱਚ ਜਾ ਕੇ ਇਨਵੈਸਟ ਕਰਦੇ ਆ ਜਾਂ ਖਰਚ ਕਰਦੇ ਆ, ਫਿਰ ਸਾਰਾ ਸਰਕਲ ਘੁੰਮਦਾ ਹੈ, ਜਿਸ ਤੋਂ ਬਾਅਦ ਗਰੋਥ ਹੁੰਦੀ ਹੈ। ਮੈਂ ਬਹੁਤਾ ਅਰਥ ਸ਼ਾਸਤਰੀ ਤਾਂ ਨਹੀਂ, ਪਰ ਆਰਥਿਕਤਾ ਬਾਰੇ ਜਿੰਨਾ ਕਿ ਜਾਣਦਾ ਕਿ ਜਿੰਨਾ ਸਮਾਜ ਦੇ ਅੰਦਰ ਇਸ ਦੇ ਵਿੱਚ ਪੈਸੇ ਦੀ ਸਰਕੂਲੇਸ਼ਨ ਹੋਏਗੀ, ਉਸ ਤੋਂ ਬਾਅਦ ਹੀ ਖੜੋਤ ਟੁੱਟੇਗੀ, ਉਸ ਤੋਂ ਬਾਅਦ ਹੀ ਕਾਰੋਬਾਰ ਵਧੇ ਫੁੱਲੇਗਾ, ਵਪਾਰ ਦਾ ਪਹੀਆ ਉਦੋਂ ਹੀ ਤੁਰੇਗਾ। ਪਰ ਗੱਲ ਇਹ ਆ ਕਿ ਇਸ ਵੇਲੇ ਪੰਜਾਬ ਦੀ ਕੰਡੀਸ਼ਨ ਇਹ ਆ, ਜਿਹੜੀ ਦੁਹਾਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਦਿੱਤੀ ਆ ਕਿ ਭਾਈ ਸਾਡਾ ਆਰਡੀਐਫ ਦਾ ਜਿਹੜਾ ਪੈਸਾ 3200 ਕਰੋੜ ਉਹ ਜਾਰੀ ਕਰ ਦਿਓ, ਸਾਡੇ ਖਰਚੇ ਪੱਤੇ ਬਹੁਤ ਹੈ, ਸਾਨੇ ਆਪਦਾ ਉਸ ਦੇ ਨਾਲ ਵਿਕਾਸ ਕਰਨਾ। ਕਾਹਦਾ? ਆਪਣੇ ਰੂਰਲ ਏਰੀਏ ਦਾ, ਪੇਂਡੂ ਖੇਤਰ ਦਾ, ਕਿਉਂਕਿ ਆਰਡੀਐਫ ਦਾ ਮਤਲਬ ਰੂਰਲ ਡਿਵੈਲਪਮੈਂਟ ਫੰਡ ਹੈ। ਇਸ ਤੋਂ ਇਲਾਵਾ ਇੱਕ ਐਮਡੀਐਫ ਹੈ ਜਿਹੜੀ ਕਿ ਮਾਰਕੀਟ ਡਿਵੈਲਪਮੈਂਟ ਫੀਸ ਹੈ, ਜਿਹਦੇ ਵਿੱਚ ਕਟੌਤੀ ਕੀਤੀ ਗਈ ਹੈ, ਉਸ ਦਾ ਵੀ ਜ਼ਿਕਰ ਹੈ ਕਿ ਕਾਈਂਡਲੀ ਉਸ ਨੂੰ ਵੀ ਰੀਸਟੋਰ ਕੀਤਾ ਜਾਵੇ, ਕਿਉਂਕਿ ਲਗਾਤਾਰ ਕਰਜ਼ੇ ਹੇਠ ਜਾਂਦੀ ਕਿਸਾਨੀ, ਦਮ ਤੋੜਦੀ ਕਿਸਾਨੀ ਦੇ ਲਈ ਸਾਨੂੰ ਨਵੇਂ ਕਦਮ ਚੁੱਕਣ ਦੀ ਲੋੜ ਹੈ, ਨਾ ਕਿ ਪਹਿਲਾਂ ਤੋਂ ਆਏ ਹੋਏ ਕਦਮਾਂ ਨੂੰ ਘਟਾਉਣ ਦੀ ਜ਼ਰੂਰਤ ਹੈ। ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਹੋਰ ਬਹੁਤ ਇਹਦੇ ਉੱਤੇ ਗੱਲਬਾਤ ਕਰਾਂ, ਤੁਸੀਂ ਸਮਝ ਚੁੱਕੇ ਹੋਵੋਗੇ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ SR ਲੱਦੜ ਸਾਹਿਬ ਬੀਜੇਪੀ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਇਸਤਕਬਾਲ ਹੈ ਇਸ ਚਰਚਾ 'ਚ। ਕਾਂਗਰਸ ਤੋਂ ਅਰਸ਼ਪ੍ਰੀਤ ਖੜਿਆਲ ਸਾਹਿਬ ਗੱਲਬਾਤ ਰੱਖਣਗੇ, ਜਨਾਬ ਜੀਓ ਆਇਆਂ ਨੂੰ। ਔਰ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਗੱਲਬਾਤ ਕਰਨਗੇ, ਤੁਹਾਡਾ ਸਵਾਗਤ ਹੈ। ਸਾਰੇ ਹੀ ਬੜੇ ਸੀਨੀਅਰ ਨੇ, ਬੜੇ ਹੀ ਸਮਝਦਾਰ ਨੇ। ਗਗਨਦੀਪ ਸਿੰਘ ਜੀ IAS ਵਾਲਿਆਂ ਨੂੰ ਟ੍ਰੇਨਿੰਗ ਕਰਾਉਂਦੇ ਆ, ਲੱਦੜ ਸਾਹਿਬ ਉਸ ਪੋਜੀਸ਼ਨ ਤੇ ਰਹਿ ਚੁੱਕੇ ਆ, ਖੜਿਆਲ ਸਾਹਿਬ ਇਹਨਾਂ ਦੋਵਾਂ ਬੰਦਿਆਂ ਨੂੰ ਕੋਰਟ ਕਚਹਿਰੀ ਦੇ ਵਿੱਚ ਮਿਲਦੇ ਰਹਿੰਦੇ ਆ। ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਇੱਕ ਪਾਏਦਾਰ ਗੱਲ ਜਿਹੜੀ ਇਸ ਚਰਚਾ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਤਾਂ ਗਗਨਦੀਪ ਜੀ, ਪੰਜਾਬ ਸਰਕਾਰ ਦਾ ਜੋ ਰੋਣਾ ਹੈ ਔਰ ਜੋ ਅਸਲੀਅਤ ਹੈ ਉਸ ਨੂੰ ਤੁਸੀਂ ਬਿਆਨੋ। ਨਵਜੋਤ ਜੀ, ਬੀਜੇਪੀ ਦੀ ਸਰਕਾਰ ਐਕਚੁਅਲੀ ਚਾਹੁੰਦੀ ਕੀ ਹੈ? ਪਹਿਲਾਂ ਤਾਂ ਸਟੇਟਸ ਦੇ ਐਂਟੀ ਹੈ ਬਹੁਤ ਜ਼ਿਆਦਾ। ਇਹ ਜਿਹੜਾ ਸਾਡਾ ਫੈਡਰਲ ਸਟਰਕਚਰ ਆ ਉਹਨੂੰ ਖਤਮ ਕਰਨਾ ਚਾਹੁੰਦੀ ਹੈ, ਟੋਟਲ ਚੀਜ਼ਾਂ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀ ਹੈ। ਐਂਡ ਦੂਜੀ ਚੀਜ਼, ਸਾਡੇ ਕਿਸਾਨ ਭਰਾਵਾਂ ਦਾ ਗਲਾ ਘੁੱਟਣਾ ਚਾਹੁੰਦੀ ਹੈ। ਤੁਸੀਂ ਕਾਂਗਰਸ ਵੇਲੇ ਦੇਖ ਲਓ ਜਾਂ ਅਕਾਲੀ ਦਲ ਵੇਲੇ ਦੇਖ ਲਓ, ਜਦੋਂ ਵੀ ਪੈਸੇ ਆਉਂਦੇ ਰਹੇ ਨੇ ਪੰਜਾਬ ਦੇ ਵਿੱਚ ਆਰਡੀਐਫ ਦੇ, ਕਿਉਂਕਿ ਇਹ ਰੂਰਲ ਡਿਵੈਲਪਮੈਂਟ ਫੰਡ ਹੈ, ਇਸ ਫੰਡ ਦਾ ਜਿਹੜਾ ਖਰਚਾ ਹੈਗਾ ਉਹ ਰੂਰਲ ਏਰੀਆ ਦੀ ਡਿਵੈਲਪਮੈਂਟ ਵਾਸਤੇ ਕੀਤਾ ਜਾਂਦਾ ਹੈਗਾ। ਤੇ ਜੇ ਹੁਣ ਉਸ ਖਰਚੇ ਨੂੰ ਮਾੜਾ ਮੋਟਾ ਅਸੀਂ, ਕਿਉਂਕਿ ਸਾਡੇ ਕੋਲ ਬਜਟ ਦੇ ਵਿੱਚ ਪ੍ਰੋਵੀਜ਼ਨ ਰਹਿੰਦੀ ਹੈ ਕਿ ਤੁਸੀਂ ਇੱਕ ਖਰਚੇ ਦਾ ਜਿਹੜਾ ਹੈਡ ਆ ਉਹ ਚੇਂਜ ਕਰ ਸਕਦੇ ਹੋ, ਇਹ ਅਲਾਉਡ ਹੁੰਦਾ ਹੈਗਾ। ਪਰ ਹੁਣ ਕੀ ਹੈਗਾ ਕਿ ਬੀਜੇਪੀ ਦੀ ਸਰਕਾਰ ਬਹਾਨੇ ਲਾਉਂਦੀ, ਬੇਸਿਕਲੀ ਨਲਾਇਕ ਸਰਕਾਰ ਹੈ ਬੀਜੇਪੀ ਦੀ। ਐਕਚੁਅਲੀ ਇਹਨਾਂ ਕੋਲੇ ਆਪਣੇ ਫਾਈਨੈਂਸਿਸ ਨੇ ਜਿਹੜੇ ਉਹ ਮੈਨੇਜ ਹੋ ਨਹੀਂ ਰਹੇ। ਤੁਸੀਂ ਕੇਂਦਰ ਦੀ ਸਰਕਾਰ ਦਾ ਡੈਫਿਸਿਟ ਦੇਖੋ ਕਿੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ, ਇਹਨਾਂ ਨੂੰ ਲੋਨ ਇੰਨੇ ਚੱਕਣੇ ਪੈ ਰਹੇ ਕੇਂਦਰ ਦੀ ਸਰਕਾਰ ਨੂੰ। ਹੁਣ ਕਿਉਂਕਿ ਇਹਨਾਂ ਕੋਲੇ ਆਪਦਾ ਖਰਚੇ ਪੂਰੇ ਹੁੰਦੇ ਨਹੀਂ ਹੈਗੇ, ਹੁਣ ਸਟੇਟ ਦੇ ਪੈਸਿਆਂ ਦੇ ਉੱਤੇ ਇਹਨਾਂ ਨੇ ਛਾਪੇ ਮਾਰਨੇ ਸ਼ੁਰੂ ਕਰਤੇ ਆ, ਬਹਾਨੇ ਲਾਣੇ ਸ਼ੁਰੂ ਕਰਤੇ ਆ। ਤੇ ਹੁਣ ਇਹਨਾਂ ਨੇ ਪੰਜਾਬ ਦੇ ਕਿਸਾਨ ਦਾ ਗਲਾ ਘੁੱਟਤਾ, ਆਰਡੀਐਫ ਇਹਨਾਂ ਨੇ ਜਮਾਂ ਹੀ ਬੰਦ ਕਰਤਾ, ਫਿਰ ਇਹ ਕਟੌਤੀਆਂ ਕਰਦੇ ਪਏ ਨੇ ਹੋਰ ਫੰਡਾਂ ਦੇ ਵਿੱਚ। ਬੇਸਿਕਲੀ ਇਸ ਜਿਹੜਾ ਫੈਡਰਲ ਸਟਰਕਚਰ ਹੈ, ਢਾਂਚਾ, ਉਹਨੂੰ ਖਤਮ ਕਰਨਾ ਚਾਹੁੰਦੇ ਆ। ਬਰਦਾਸ਼ਤ ਨਹੀਂ ਹੁੰਦਾ ਇਹਨਾਂ ਕੋਲੇ ਕਿ ਕੋਈ ਸਟੇਟ ਆ ਉਹ ਚੰਗਾ ਕਰ ਰਹੀ ਹੈ, ਤੇ ਅਲਟੀਮੇਟਲੀ ਇਹ ਪੰਜਾਬ ਦੇ ਨਾਲ ਬੜਾ ਵਿਤਕਰਾ ਕਰ ਰਹੇ ਆ। ਤੇ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਨੂੰ ਚਿੱਠੀ ਵੀ ਲਿਖੀ ਆ ਕਿ ਤੁਸੀਂ ਇਹ ਨਹੀਂ ਗਗਨ ਜੀ, ਮੈਂ ਇਹ ਮੇਰੇ ਸਮੇਤ ਲੋਕ ਸਮਝਣਾ ਚਾਹਣਗੇ ਕਿ ਵਿਤਕਰਾ ਕਰਨ ਦਾ ਕਾਰਨ ਕੀ ਸਮਝਦੇ ਹੋ? ਤੁਹਾਡੇ ਹੀ ਚੁੰਡੀ ਕਿਉਂ ਵੱਢੀ ਜਾ ਰਹੀ ਹੈ? ਤੁਸੀਂ ਕਹਿ ਰਹੇ ਹੋ ਕਿ ਇਦੋਂ ਪਹਿਲਾਂ ਸਾਰਿਆਂ ਨਾਲ ਠੀਕ ਰਹਿੰਦੇ ਰਹੇ ਆ। ਜੇ ਤੁਸੀਂ ਨਵਜੋਤ ਜੀ ਦੇਖੋ ਨਾ, ਇਸ ਵਾਰ ਤੁਸੀਂ ਸੀਜ਼ਨ ਦੇਖੋ, ਇਸ ਵਾਰ ਸਾਡਾ
ਮਤਲਬ ਐਗਰੀਕਲਚਰ ਦਾ ਸੀਜ਼ਨ ਦੇਖੋ ਤਾਂ ਇਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਥੋਂ ਫਸਲਾਂ ਚੱਕਦਾ ਸਾਡੇ ਪੰਜਾਬ ਤੋਂ। ਇਹਨਾਂ ਨੇ ਟ੍ਰੇਨਸ ਬੜੀਆਂ ਲੇਟ ਚਲਾਈਆਂ ਤੇ ਜਿਹੜੀ ਸਾਡੀ ਪੈਦਾਵਾਰ ਸੀਗੀ ਉਹ ਇੱਥੇ ਸਾਡੇ ਗਡਾਊਨਾਂ ਦੇ ਵਿੱਚ ਪੂਰੀ ਨਹੀਂ ਆ ਪਾਈ, ਫਿਰ ਸਾਨੂੰ ਪ੍ਰਾਈਵੇਟ ਦੇ ਵਿੱਚ ਰੱਖਣੀ ਪਈ, ਪੈਦਾਵਾਰ ਨੂੰ ਰੱਖਣਾ ਪਿਆ। ਐਕਚੁਅਲੀ ਹਰ ਇੱਕ ਸੈਂਟਰ ਦੀ ਇੱਕ ਏਜੰਸੀ ਦਾ ਮਿਸਯੂਜ਼ ਕਰ ਰਿਹਾ ਇਹ, ਚਾਹੇ ਲੋਕੀ ਤਾਂ ਕਹਿੰਦੇ ਈਡੀ ਦਾ ਮਿਸਯੂਜ਼ ਕਰਦੇ ਆ, ਸੀਬੀਆਈ ਦਾ ਮਿਸਯੂਜ਼ ਕਰਦੇ ਆ, ਬਟ ਇੱਕ ਨਵੀਂ ਏਜੰਸੀ ਦਾ ਮਿਸਯੂਜ਼ ਸਾਹਮਣੇ ਆ ਰਿਹਾ, ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਮਿਸਯੂਜ਼ ਹੈ। ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਇੰਨਾ ਡਿਲੇ ਕੀਤਾ ਕਣਕਾਂ ਨੂੰ ਚੱਕਣ ਦੇ ਵਿੱਚ, ਤੇ ਸਾਡੇ ਕਿਸਾਨ ਭਰਾਵਾਂ ਦੇ ਅਸੀਂ ਪ੍ਰਾਈਵੇਟ ਵਾਲਿਆਂ ਦੇ ਜਾ ਕੇ ਸਾਨੂੰ ਸੀਲੋਸ ਦੇ ਵਿੱਚ ਇਹਨਾਂ ਨੂੰ ਰੱਖਣਾ ਪਿਆ, ਪੈਦਾਵਾਰ ਨੂੰ ਰੱਖਣਾ ਪਿਆ। ਹੁਣ ਇਹ ਨਵਾਂ ਵਿਤਕਰਾ ਕਰ ਰਹੇ ਨੇ ਕਿਉਂਕਿ 1987 ਦੇ ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ ਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਕਿ ਇਹਨਾਂ ਨੇ ਸਾਨੂੰ ਆਰਡੀਐਫ ਆ ਜਿਹੜਾ ਉਹ ਦੇਣਾ ਹੈਗਾ। ਹੁਣ ਜਦੋਂ ਬਹਾਨੇ ਲੱਭਦੇ ਆ, ਹਰ ਇੱਕ ਛੋਟੀ ਚੀਜ਼ ਦੇ ਵਿੱਚ ਬਹਾਨਾ ਲੱਭਦੇ ਆ ਕਿ ਇਹਨਾਂ ਨੇ ਪੈਸਾ ਜਿਹੜਾ ਉਹ ਸਪੈਸੀਫਿਕ ਚੀਜ਼ ਤੇ ਨਹੀਂ ਖਰਚ ਕੀਤਾ, ਇਹਦੇ ਤੇ ਖਰਚ ਕਰਤਾ। ਪਹਿਲਾਂ ਬਾਦਲ ਸਾਹਿਬ ਵੀ ਜਾਂਦੇ ਰਹੇ ਇਹਨਾਂ ਕੋਲੇ, ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਦੇ ਲੋਕ ਵੀ ਇਹਨਾਂ ਕੋਲੇ ਜਾਂਦੇ ਰਹੇ ਆ ਕਿ ਤੁਸੀਂ ਇਹ ਵਿਤਕਰਾ ਨਾ ਕਰੋ, ਬਟ ਇਹਨਾਂ ਨੂੰ ਚਲੋ ਮੈਂ ਇਸ ਵਿਤਕਰੇ ਦਾ ਕਾਰਨ ਪੁੱਛ ਲੈਣਾ ਗਗਨਦੀਪ ਜੀ ਬਿਨਾਂ ਕਿਸੇ ਦੇਰੀ ਤੋਂ। ਲੱਦੜ ਸਾਹਿਬ, ਕਾਰਨ ਕੀ ਹੈ ਤਾਂ ਬੇਸਿਕਲੀ ਤੁਸੀਂ ਵੀ ਪੰਜਾਬ ਤੋਂ, ਜਿਹੜੀ ਪੰਜਾਬ ਬੀਜੇਪੀ ਯੂਨਿਟ ਹੈ ਉਹ ਵੀ ਪੰਜਾਬੀ ਹੈ, ਉਹਨਾਂ ਦੇ ਅੰਦਰ ਵੀ ਪੰਜਾਬੀਅਤ ਧੜਕਦੀ ਹੋਵੇਗੀ। ਕਿਉਂ ਇਸ ਤਰੀਕੇ ਨਾਲ ਕੀਤਾ ਜਾ ਰਿਹਾ, ਵਿਤਕਰੇ ਦਾ ਕਾਰਨ ਬੁਨਿਆਦ ਕੀ ਹੈ? ਦੇਖੋ ਜੀ, ਆਪਣਾ ਨਵਜੋਤ ਜੀ, ਮੈਂ ਤਾਂ ਨਹੀਂ ਸਮਝਦਾ ਹੈਗਾ ਕਿ ਸਾਡੇ ਬੜੇ ਸੂਝਵਾਨ ਬੁਲਾਰੇ ਹੈਗੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਜਿੰਨੇ ਵੀ ਕਾਰਨ ਦੱਸੇ ਹੈਗੇ ਆ ਉਹ ਸਾਰੇ ਹੀ ਬੇਬੁਨਿਆਦ ਹੈਗੇ ਆ, ਤੇ ਕੋਈ ਵੀ ਉਹਨਾਂ ਦਾ ਜਿਹੜਾ ਆਪਣਾ ਤੱਥਾਂ ਦੇ ਆਧਾਰਿਤ ਕੋਈ ਵੀ ਆਪਣਾ ਸਟੈਂਡ ਨਹੀਂ ਹੈਗਾ। ਇਹਨਾਂ ਨੇ ਕਿਹਾ ਹੈਗਾ ਕਿ ਬੀਜੇਪੀ ਦੀ ਨਲਾਇਕ ਸਰਕਾਰ ਹੈ। ਦੇਖੋ, ਇੰਨਾ ਵੱਡਾ ਇਲਜ਼ਾਮ ਲਗਾਣਾ, ਇੱਕ ਛੋਟਾ ਜਿਹਾ ਇੱਕ ਆਪਣਾ ਅਸੀਂ ਸਟੇਟ ਦੇ ਵਿੱਚ ਆਪਣਾ ਆਮ ਆਦਮੀ ਪਾਰਟੀ ਨੂੰ ਰਾਜ ਭਾਗ ਮਿਲਿਆ ਹੈਗਾ, ਔਰ ਉਸ ਪਾਰਟੀ ਦੇ ਉੱਤੇ ਉਹਨੂੰ ਨਲਾਇਕ ਕਹਿਣਾ, ਜਿਹੜੀ ਪਾਰਟੀ ਆਪਣਾ ਮੈਜੋਰਿਟੀ ਸਟੇਟਸ ਦੇ ਵਿੱਚ ਰਾਜ ਕਰ ਰਹੀ ਹੈ, ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਪਹਿਲਾਂ ਨਾਲੋਂ ਵੱਧ ਸੀਟਾਂ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਰਾਜ ਭਾਗ ਕੀਤਾ ਹੈਗਾ। ਔਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਉਹ ਇਹ ਹੈਗੀ ਆ ਆਪਣਾ ਮਾਰਕੀਟ ਡਿਵੈਲਪਮੈਂਟ ਫੀ ਤੇ ਆਰਡੀਐਫ ਦੀ, ਰੂਰਲ ਡਿਵੈਲਪਮੈਂਟ ਫੀ ਦੀ ਗੱਲ ਹੈ। ਉਹਦੇ ਵਿੱਚ ਦੇਖੋ ਆਪਣਾ ਇਹ ਜਿਹੜਾ ਕਿਸਾਨ ਹੈਗਾ, ਕਿਸਾਨਾਂ ਦੇ ਵਾਸਤੇ ਜਿਹੜਾ ਆਪਣਾ ਲੈਂਡਲੋਰਡ ਹੈ, ਇਹ ਪੈਸਾ ਉਹਨਾਂ ਦਾ ਨਹੀਂ ਹੈਗਾ। ਪਹਿਲਾਂ ਤਾਂ ਆਪਣਾ ਬਾਦਲ ਸਰਕਾਰ ਜਦੋਂ ਰਹੀ ਆ ਉਹਨਾਂ ਨੇ ਇਹ ਸੰਗਤ ਦਰਸ਼ਨਾਂ ਦੇ ਵਿੱਚ ਪੈਸਾ ਵੇਸਟ ਕੀਤਾ, ਜਦੋਂ ਕਿ ਆਰਡੀ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈਗਾ ਆ, ਇਹ ਰੂਰਲ ਏਰੀਏ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਲਈ ਖਰਚ ਕਰਨਾ ਸੀਗਾ, ਜਿਵੇਂ ਸੜਕਾਂ ਤੇ ਖਰਚ ਕਰਨਾ ਹੈਗਾ, ਜਾਂ ਆਪਣਾ ਈਵਨ ਗਲੀਆਂ ਨਾਲੀਆਂ ਤੇ ਕਰਨਾ, ਜਾਂ ਆਪਣਾ ਰੂਰਲ ਏਰੀਏ ਦੇ ਵਿੱਚ ਪਾਣੀ ਦਾ ਇੰਤਜ਼ਾਮ ਕਰਨਾ, ਟਾਇਲਟਸ ਦਾ ਇੰਤਜ਼ਾਮ ਕਰਨਾ ਗਰੀਬਾਂ ਦੇ ਵਾਸਤੇ। ਜੋ ਵੀ ਇਨਫਰਾਸਟ੍ਰਕਚਰ ਰੂਰਲ ਡਿਵੈਲਪਮੈਂਟ ਰੂਰਲ ਏਰੀਏ ਦੇ ਵਿੱਚ ਕਰਨਾ ਸੀਗਾ, ਉਹਦੇ ਵਾਸਤੇ ਪੈਰਾਮੀਟਰ ਫਿਕਸ ਕੀਤੇ ਹੋਏ ਆ ਕਿ ਤੁਸੀਂ ਇੱਥੇ ਖਰਚ ਕਰਨਾ ਹੈਗਾ। ਨੰਬਰ 1। ਨੰਬਰ 2, ਜਦੋਂ ਝੂਠ ਬੋਲ ਕੇ ਆਪਣਾ ਕਾਂਗਰਸ ਨੇ 2017 ਦੇ ਵਿੱਚ ਗਵਰਨਮੈਂਟ ਲਿਆਂਦੀ ਕਿ ਜੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ, ਤੇ ਕਰਜ਼ੇ ਮਾਫ ਕਰਨ ਦੇ ਵਾਸਤੇ ਉਹਨਾਂ ਨੇ ਕੋਈ ਫੰਡ, ਕੋਈ ਪੈਸਾ ਕਿੱਥੋਂ ਜਨਰੇਟ ਕਰਨਾ ਸੀਗਾ, ਉਹਨਾਂ ਨੇ ਚੱਕ ਕੇ ਰੂਰਲ ਡਿਵੈਲਪਮੈਂਟ ਦਾ ਜਿਹੜਾ ਪੈਸਾ ਸੀ ਆਰਡੀਐਫ ਦਾ ਉਹ ਵੰਡਣਾ ਸ਼ੁਰੂ ਕਰ ਦਿੱਤਾ। ਤਾਂ ਦੋਨਾਂ ਦੇ ਉੱਤੇ ਆਪਣਾ ਕੇਂਦਰ ਸਰਕਾਰ ਨੇ ਕਿੰਤੂ ਕੀਤਾ ਕਿ ਤੁਸੀਂ ਇਹ ਪੈਸਾ ਇਹਦਾ ਮਿਸਯੂਜ਼ ਨਹੀਂ ਕਰ ਸਕਦੇ। ਇਸ ਕਰਕੇ ਆਪਣਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ, ਇਹਨਾਂ ਨੇ ਲਿਖ ਕੇ ਦਿੱਤਾ, ਆਰਡੀਨੈਂਸ ਲੈ ਕੇ ਆਏ ਕਿ ਅਸੀਂ ਇਹਦਾ ਮਿਸਯੂਜ਼ ਜਿਹੜਾ ਪਹਿਲਾਂ ਹੋ ਗਿਆ ਸੋ ਹੋ ਗਿਆ, ਅਸੀਂ ਹੁਣ ਨਹੀਂ ਕਰਾਂਗੇ। ਸੋ ਇਸ ਕਰਕੇ ਇਹ ਆਪਣਾ ਮੁਨਕਰ ਨਹੀਂ ਹੋ ਸਕਦੇ ਕਿ ਪੈਸੇ ਦਾ ਜਿਹੜਾ ਜਿਸ ਕੰਮ ਲਈ ਵਰਤਣਾ ਸੀ ਉਸ ਕੰਮ ਲਈ ਸਰਕਾਰਾਂ ਨੇ ਨਹੀਂ ਵਰਤਿਆ। ਚਲੋ ਫਿਰ ਲੱਦਰ ਸਾਹਿਬ ਇਹਨਾਂ ਨੇ ਤਾਂ ਨਹੀਂ ਵਰਤਿਆ ਨਾ, ਹੁਣ ਨਾ ਤਾਂ ਹੋਰ ਬਾਕੀ ਪੰਜਾਬੀਅਤ ਦਾ ਪੰਜਾਬ ਦਾ ਕਸੂਰ ਹੈ, ਫਿਰ ਹੁਣ ਤਾਂ ਰਿਲੀਜ਼ ਕਰ ਦਿੱਤਾ ਜਾਵੇ ਜੇ ਪਹਿਲਾਂ ਵਾਲਿਆਂ ਨੇ ਵਰਤ ਲਿਆ। ਦੇਖੋ, ਦੋ ਗੱਲਾਂ ਹੈਗੀਆਂ ਆ ਕਿ ਜਿਹੜਾ ਪੈਸਾ ਆਪਣਾ ਇਹ ਦੋ ਮੱਦਾਂ ਦੇ ਨੀਚੇ MDF ਐਂਡ RDF ਦੇ ਤਹਿਤ ਭਾਰਤ ਸਰਕਾਰ ਦਿੰਦੀ ਸੀਗੀ ਪੰਜਾਬ ਸਰਕਾਰ ਨੂੰ, ਇਹ ਜਿੱਥੇ ਆਪਣਾ MSP ਜਿਹੜਾ ਆਪਣਾ ਲਾਗੂ ਸੀਗਾ ਉੱਥੇ ਹੀ ਦੇ ਰਹੀ ਸੀਗੀ। ਉਹ ਕਿਉਂ ਦੇ ਰਹੀ ਸੀਗੀ? ਆਪਾਂ ਜੇ ਬਹੁਤ ਜਾਵਾਂਗੇ ਪਾਸਟ ਦੇ ਵਿੱਚ ਬੜਾ ਕੁਝ ਫੋਲਣਾ ਪਏਗਾ ਕਿ ਆਪਾਂ ਦੇਖੋ ਆਪਣਾ ਪੰਜਾਬ ਨੇ, ਹਰਿਆਣੇ ਨੇ ਆਪਣਾ ਉਹਨਾਂ ਦਿਨਾਂ ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਔਰ ਆਪਣੇ ਪੂਰੇ ਇੰਡੀਆ ਦਾ ਪੇਟ ਭਰਿਆ, ਜਦੋਂ 1974 ਦੇ ਵਿੱਚ ਅਸੀਂ ਆਪਣਾ ਦੂਜੇ ਦੇਸ਼ਾਂ ਤੋਂ ਕਣਕ ਅਮਰੀਕਾ ਜਾਂ ਮੈਕਸੀਕੋ ਤੋਂ ਲੈ ਕੇ ਆਉਂਦੇ ਸੀਗੇ, ਤਾਂ ਉਸ ਦੇ ਇਵਜ਼ ਦੇ ਵਿੱਚ ਕਿ ਇਹਨੂੰ ਪ੍ਰਮੋਟ ਕੀਤਾ ਕਿ ਵੇ ਮੰਡੀਆਂ ਵੀ ਡਿਵੈਲਪ ਹੋਣ ਔਰ ਆਪਣਾ ਸੜਕਾਂ ਰੂਰਲ ਏਰੀਏ ਦੇ ਵਿੱਚ ਡਿਵੈਲਪ ਹੋਣ। ਉਹਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਕਦੇ
2% ਕਦੇ 3% ਉਹ ਪੈਸਾ ਦਿੰਦੇ ਰਹੇ, ਲੇਕਿਨ ਇਹ ਪੈਸਾ ਆਪਣਾ ਇਹ ਕੋਈ ਰਾਈਟ ਨਹੀਂ ਹੈਗਾ ਕਿ ਵੀ ਸਾਨੂੰ ਮਿਲਣਾ ਹੀ ਮਿਲਣਾ ਚਾਹੀਦਾ ਹੈਗਾ ਆ। ਜੇ ਪੈਸਾ ਪੰਜਾਬ ਦੀ ਆਪਣਾ ਮੰਨ ਲਓ ਇਹਨਾਂ ਦੇ ਉੱਤੇ ਫੀਸ ਲਾ ਕੇ ਵਾਪਸ ਕਰਨ ਦੀ ਗੱਲ ਹੈ ਤਾਂ 100% ਵਾਪਸ ਮਿਲਣਾ ਚਾਹੀਦਾ, ਲੇਕਿਨ ਜੇ FCI ਆਪਣੇ ਕੋਲੋਂ ਦੇ ਰਹੀ ਹੈ ਤਾਂ ਉਹ ਪੈਸਾ ਦਵੇ ਨਾ ਦਵੇ, ਥੋੜਾ ਦਵੇ, 2% ਦਵੇ, 3% ਦਵੇ, ਤਾਂ ਉਹਦੀ ਮਰਜ਼ੀ ਹੈ। ਮੈਂ ਕਾਂਗਰਸ ਵਾਲੇ ਵੀਰ ਤੋਂ ਜ਼ਰੂਰ ਇਹ ਜਾਣਨਾ ਚਾਹੂੰਗਾ ਵੀ ਦੇਖੋ ਅਸੀਂ ਪੰਜਾਬ ਦੇ ਵਿੱਚ ਜਦੋਂ ਤੋਂ ਜਨਮ ਲਿਆ, ਜਿਹੜੀਆਂ ਪਿੰਡਾਂ ਚੋਂ ਸੱਥਾਂ ਚੋਂ ਖੜਿਆਲ ਸਾਹਿਬ ਗੱਲਾਂ ਸੁਣਦੇ ਰਹੇ ਆ, ਇੱਕ ਮੈਂ ਗੱਲ ਸੁਣੀ ਸੀਗੀ ਕਿ ਦਾਦਾ ਲਾਵੇ ਤੇ ਪੋਤਾ ਖਾਵੇ, ਮਤਲਬ ਕਿ ਵੀ ਸਾਡੇ ਵੱਡ ਵਡੇਰੇ ਸਾਡੇ ਲਈ ਚੰਗਾ ਬੀਜ ਕੇ ਜਾਂਦੇ ਆ। ਇੱਥੇ ਮੈਨੂੰ ਲੱਗਦਾ ਮੈਨੂੰ ਇਹ ਉਦਾਹਰਨ ਵਰਤਣੀ ਪਊਗੀ ਕਿ ਕਰੇ ਕੋਈ ਤੇ ਭਰੇ ਕੋਈ। ਹੁਣ ਮਿਸਯੂਜ਼ ਤੁਹਾਡੀ ਸਰਕਾਰ ਕਰ ਗਈ, ਪੈਸਾ ਇਹਨਾਂ ਨੂੰ ਨਹੀਂ ਮਿਲਦਾ ਪਿਆ, ਤਰਾਹੀ ਅਸੀਂ ਕਰੀ ਜਾ ਰਹੇ ਹਾਂ। ਦੱਸੋ ਭਾਈ ਇਦਾਂ ਕਿਉਂ? ਧਾਲੀਵਾਲ ਸਾਹਿਬ, ਜੇ ਇਹ ਗੱਲ 'ਚ 1% ਦੀ ਵੀ ਸੱਚਾਈ ਹੁੰਦੀ ਵੀ ਕੋਈ ਮਿਸਯੂਜ਼ੇਜ ਹੋਈ ਹੈ ਤਾਂ ਹੁਣ ਤੱਕ ਇਨਕੁਆਇਰੀ ਆਰਡਰ ਹੋ ਗਈ ਹੁੰਦੀ, ਹੁਣ ਤੱਕ ਬੰਦੇ ਅੰਦਰ ਹੋ ਗਏ ਹੁੰਦੇ। ਜੇ ਕੋਈ ਇਨਕੁਆਇਰੀ ਨਹੀਂ ਨਾ ਆਰਡਰ ਹੋਈ, ਕੋਈ ਬੰਦਾ ਫੜਿਆ ਨਹੀਂ ਗਿਆ, ਤਾਂ ਮਤਲਬ ਇਹ ਗੱਲ ਬੇਬੁਨਿਆਦ, ਬੇਸਲੈਸ ਹੈ। ਇਹ ਗੱਲ ਨੂੰ ਡਿਸਰਿਗਾਰਡ ਕਰ ਦਿਓ। ਦੂਜੀ ਗੱਲ, ਸਟੇਟ ਦੇ ਮੋਢਿਆਂ ਤੇ ਨਾ ਰਿਸਪੌਂਸਿਬਿਲਿਟੀ ਹੁੰਦੀ ਹੈ ਸਟੇਟ ਦੀ ਤੇ ਸਟੇਟ ਦੇ ਸਬਜੈਕਟ ਦੀ, ਉਹਨਾਂ ਦੇ ਇੰਟਰਸਟ ਨੂੰ ਸੇਫਗਾਰਡ ਕਰਨ ਦੀ। ਆਮ ਆਦਮੀ ਪਾਰਟੀ ਦੇ ਮੋਢੇ ਉਹ ਭਾਰ ਝੱਲ ਨਹੀਂ ਪਾ ਰਹੇ ਹੈ, ਤਾਂ ਕਰਕੇ ਲੋਕਾਂ ਨੇ ਜਿਹੜਾ ਝਾੜੂ ਖੜਾ ਕੀਤਾ ਸੀਗਾ, ਪਹਿਲਾਂ ਸੰਗਰੂਰ 'ਚ ਲੰਬਾ ਪਾਇਆ, ਹੁਣ ਜਲੰਧਰ 'ਚ ਪਹੁੰਚ ਜਾ ਰਹੇ ਹੈ। ਤੀਜਾ, ਤੁਸੀਂ ਇਹ ਦੇਖੋ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਨਾ ਧਾਲੀਵਾਲ ਸਾਹਿਬ, ਉਹ 14 ਮਹੀਨਿਆਂ ਦੇ ਵਿੱਚ 14 ਵੱਡੇ ਬਲੰਡਰਸ ਹੋਏ ਹੈ ਤੇ ਵਿਦ ਰਿਗਾਰਡਸ ਟੂ ਵਿਤਕਰਾ ਵੀ ਹੋਏ ਹੈ। ਤੁਸੀਂ ਦੇਖੋ NHM ਦੇ ਸਾਡੇ ਫੰਡ ਰੋਕੇ ਆਮ ਆਦਮੀ ਪਾਰਟੀ ਦੀ ਮਿਸਮੈਨੇਜਮੈਂਟ ਕਰਕੇ, ਇਹਨਾਂ ਨੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਾਇਲੇਟ ਕਰਤਾ। ਸਾਡੇ ਵੈਲਿਊ ਕੱਟ ਤੇ ਐਗਜ਼ੈਂਪਸ਼ਨ ਨਹੀਂ ਮਿਲੀ ਸਾਨੂੰ, ਆਮ ਆਦਮੀ ਪਾਰਟੀ ਉਹ 'ਚ ਵੀ ਕੁਝ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਨੂੰ ਪਰਸੂਏਡ ਕਰਨਾ ਚਾਹੀਦਾ ਸੀ BJP ਨੂੰ, ਬਾਈ ਹੁੱਕ ਔਰ ਕਰੁਕ ਨੈਗੋਸ਼ੀਏਟ ਕਰਦੇ ਜਾਂ ਪ੍ਰੈਸ਼ਰ ਮਾਊਂਟ ਕਰਦੇ, ਉੱਥੇ ਫੇਲ ਹੋਈ। ਬਜਟ ਐਲੋਕੇਸ਼ਨ ਨਹੀਂ ਪੰਜਾਬ ਨੂੰ ਵਧੀਆ ਹੋਈ। ਉਹ ਤੋਂ ਬਾਅਦ ਤੁਸੀਂ ਦੇਖੋ RDF ਦੇ ਫੰਡਸ ਨਹੀਂ ਆਏ, ਮਾਰਕੀਟ ਫੀਸ ਦੇ ਵਿੱਚ ਵੀ ਇਹਨਾਂ ਨੇ ਕਟੌਤੀ ਕੀਤੀ। ਸੋ ਬੇਸਿਕਲੀ ਇਹ ਸਰਕਾਰ ਕਰਕੇ ਪੰਜਾਬ ਨੂੰ ਸਫਰ ਕਰਨਾ ਪੈ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਜ਼ਿਆਦਾ ਨੈਗੋਸ਼ੀਏਟ ਕਰੇ ਵਧੀਆ, ਕਿ ਸਰਕਾਰ ਨੂੰ ਕਨਵਿੰਸ ਕਰੇ ਕਿ ਸਾਨੂੰ ਪੈਸਾ ਦਿਓ, ਜੇ ਨਹੀਂ ਕਰ ਸਕਦੀ ਕਨਵਿੰਸ ਤਾਂ ਪ੍ਰੈਸ਼ਰ ਮਾਊਂਟ ਕਰੋ। ਪਰ ਧਾਲੀਵਾਲ ਸਾਹਿਬ ਇਹ ਪ੍ਰੈਸ਼ਰ ਮਾਊਂਟ ਕਿਵੇਂ ਕਰਨਗੇ? MP ਤਾਂ ਇਹਨਾਂ ਕੋਲ ਇੱਕ ਨਹੀਂ ਹੈ। ਤੇ ਭਗਵੰਤ ਮਾਨ ਸਾਹਿਬ ਨੇ, ਤੁਹਾਨੂੰ ਯਾਦ ਹੋਊਗਾ ਗੱਲ ਕੀ ਕਹੀ ਸੀ, ਕਹਿੰਦੇ ਜਿਹੜੇ ਨਵੇਂ BJP 'ਚ ਗਏ ਹੈ ਨਾ ਕਾਂਗਰਸੀ, ਕਹਿੰਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਇਹ ਇਸ਼ੂ ਟੇਕ ਅਪ ਕਰ ਸਕਦੇ ਹੋ ਤੁਸੀਂ। ਉਹਨਾਂ ਨੇ ਡੇਅਰ ਕੀਤਾ, ਉਹ ਡੇਅਰ ਕਰਨਾ ਠੀਕ ਸੀ, ਕਿਉਂਕਿ ਹੁਣ ਨਾ ਤਾਂ ਆਮ ਆਦਮੀ ਪਾਰਟੀ ਦੀ ਆਵਾਜ਼ ਪਹੁੰਚੂਗੀ, ਨਾ ਆਮ ਆਦਮੀ ਪਾਰਟੀ ਦੇ MP ਦੀ ਆਵਾਜ਼ ਪਹੁੰਚੂਗੀ PM ਮੋਦੀ ਸਾਹਿਬ ਤੱਕ। ਉਹ ਤਾਂ ਪਾਰਲੀਮੈਂਟ ਦੇ ਦਰਵਾਜ਼ੇ ਤੱਕ ਨਹੀਂ ਪਹੁੰਚ ਸਕਦੀ ਧਾਲੀਵਾਲ ਸਾਹਿਬ। ਉਹਦੇ ਲਈ MP ਹੋਣਾ ਬੜਾ ਜ਼ਰੂਰੀ ਹੈ ਜੀ। ਇਹਨਾਂ ਦੇ MP ਉਹਨੇ ਕੀ ਹੈ ਜਿਨੇ ਪ੍ਰਧਾਨ ਮੰਤਰੀ ਸਾਹਿਬ ਪ੍ਰੈਸ ਪਰ ਨਹੀਂ ਖੜਿਆਲ ਸਾਹਿਬ, ਮੁਲਕ ਦਾ ਬਸ਼ਿੰਦਾ ਹੋਣਾ ਕਾਫੀ ਨਹੀਂ ਹੈ ਪ੍ਰਧਾਨ ਮੰਤਰੀ ਤੱਕ ਗੱਲਬਾਤ ਕਰਨ ਦੇ ਲਈ? ਪੰਜਾਬੀ ਹੋਣਾ ਕਾਫੀ ਨਹੀਂ ਹੈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ? ਗੱਲ ਇਸ ਤਰ੍ਹਾਂ ਧਾਲੀਵਾਲ ਸਾਹਿਬ, ਹੋਣਾ ਚਾਹੀਦਾ ਤਾਂ ਸੀਗਾ, ਲੇਕਿਨ ਮੋਦੀ ਸਾਹਿਬ ਆਪਦੇ ਮਨ ਕੀ ਬਾਤ ਤਾਂ ਸਾਨੂੰ ਦੱਸ ਦਿੰਦੇ ਹੈ, ਸਾਡੇ ਮਨ ਕੀ ਬਾਤ ਨਹੀਂ ਸੁਣ ਪਾ ਰਹੇ। ਕਿਉਂਕਿ ਦੇਖੋ ਪੰਜਾਬ ਦੇ ਲੋਕ ਸਫਰ ਕਰ ਰਹੇ। ਹੁਣ ਜੇ ਗੱਲ ਇਹ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਸਵਾਲਾਂ ਦੇ ਜਵਾਬ ਨਹੀਂ ਦੇ ਸਕੀ, ਜਿਹਦੇ ਕਰਕੇ ਫੰਡਸ ਰੋਕੇ, ਤਾਂ BJP ਵੱਡਾ ਦਿਲ ਦਿਖਾਵੇ, ਦਿਲੀ ਦਿਖਾਵੇ ਤੇ ਪੰਜਾਬ ਦੇ ਲੋਕਾਂ ਨੂੰ ਨਾ ਸਫਰ ਕਰਾਵੇ। ਕਹਿੰਦੇ ਵੀ ਇਹ ਸਰਕਾਰ ਫੇਲਿਅਰ ਹੈ, ਲੇਕਿਨ ਅਸੀਂ ਫਿਰ ਵੀ ਪੰਜਾਬ ਦੀ ਬਾਹ ਫੜਾਂਗੇ, ਪੰਜਾਬ ਦੇ ਲੋਕਾਂ ਨੂੰ ਨਹੀਂ ਸਫਰ ਹੋਣ ਦਿੰਦੇ, ਰੂਰਲ ਏਰੀਆਜ਼ ਨੂੰ। ਚਲੋ ਮੈਂ ਲੱਦੜ ਸਾਹਿਬ ਨੂੰ ਪੁੱਛਦਾ, ਮੈਂ 10 ਸੈਕਿੰਡ ਹੋ ਰਿਹਾ। ਦੇਖੋ ਆਮ ਆਦਮੀ ਪਾਰਟੀ ਦੇ ਅਹੰਕਾਰ ਕਰਕੇ ਇਹ ਚੀਜ਼ਾਂ ਹੁੰਦੀਆਂ, ਕਿਉਂਕਿ ਆਮ ਆਦਮੀ ਪਾਰਟੀ ਹਜੇ ਇੱਕ ਤਾਂ ਛੋਟੇ ਜਿਹੇ ਫੁੱਲ ਫਲੇਜਡ ਸਟੇਟ ਵੀ ਨਹੀਂ ਹੈ ਦਿੱਲੀ, ਤੇ ਇੱਥੇ ਇਹਨਾਂ ਨੇ 4 ਮਹੀਨਿਆਂ 'ਚ ਤੁਸੀਂ ਦੇਖ ਲਿਆ ਕੀ ਕਰ ਲਿਆ, ਤੇ ਆਪਦਾ ਗੜ ਵੀ ਇਹ ਆਲਰੇਡੀ ਹਾਰ ਚੁੱਕੇ ਆ। ਸੋ ਆਮ ਆਦਮੀ ਪਾਰਟੀ ਦੇ ਅਹੰਕਾਰ ਕਰਕੇ ਜੇ ਅਸੀਂ ਸਫਰ ਕਰ ਰਹੇ, ਤੇ ਆਮ ਆਦਮੀ ਪਾਰਟੀ ਉਹ ਵੋਇਡ ਨੂੰ ਹੁਣ ਪੂਰਾ ਕਰੇ। 10,000 ਕਰੋੜ ਲਿਕਰ ਚੋਂ ਕੱਢਾਂਗੇ, 20,000 ਕਰੋੜ ਮਾਈਨਿੰਗ ਚੋਂ ਕੱਢਾਂਗੇ, ਅਸੀਂ ਇੱਥੋਂ ਪੈਸੇ ਲੈ ਕੇ ਆਵਾਂਗੇ ਜੀ, ਅਸੀਂ ਇਕਨੋਮੀ ਨੂੰ ਉੱਤੇ ਲੈ ਜਾਾਂਗੇ। ਚਲੋ ਆਪਾਂ ਇਹਨਾਂ ਨਾਲ ਗੱਲ ਕਰ ਲਾਂਗੇ ਭਾਈ, ਤੁਸੀਂ ਪੈਸੇ ਕੱਢੋ, ਲੋਕਾਂ ਦੀਆਂ ਚੀਕਾਂ ਨਾ ਕੱਢੋ। ਆਪਾਂ ਇਹ ਗੱਲ ਹੁਣ ਇਹ ਕਿਤੋਂ ਵੀ ਪੈਸੇ ਮੈਨੇਜ ਕਰਨ, ਤੇ RDF ਦਾ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਹੈ, ਇਹ ਲੋਕਾਂ ਨੂੰ ਤੇ ਕਿਸਾਨਾਂ ਨੂੰ ਤੇ ਰੂਰਲ ਏਰੀਆਜ਼ ਦੇ ਵਿੱਚ ਉਹ ਨੁਕਸਾਨ ਨਾ ਹੋਣ ਦੇਣ। ਡੀਜ਼ਲ ਪੈਟਰੋਲ ਦੇ ਰੇਟ ਵਧਾਏ ਆ ਇਹਨਾਂ ਨੇ, ਮਾਰਕੀਟਿੰਗ ਵਧਾਤੀ, ਐਡਵਰਟਾਈਜ਼ਿੰਗ ਵਧਾਤੀ, ਬ੍ਰਾਂਡਿੰਗ ਵੀ ਵਧਾਤੀ, ਲੇਕਿਨ ਇੱਥੇ ਨਹੀਂ ਇਹਨਾਂ ਨੇ ਲੋਕਾਂ ਦਾ ਜਿਹੜਾ ਪੈਸਾ ਇਹਨਾਂ ਨੂੰ ਆਉਣਾ ਚਾਹੀਦਾ ਸੀਗਾ, RDF ਦੇ ਫੰਡ ਹੋਣੇ ਚਾਹੀਦੇ ਸੀ, ਉਹਦੇ ਬਾਰੇ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ। ਲੱਦੜ ਸਾਹਿਬ, ਗੱਲ ਇਹ ਆ ਵੀ ਖੜਿਆਲ ਸਾਹਿਬ ਦੀ ਇੱਕ ਗੱਲ ਤਾਂ ਠੀਕ ਹੈ ਵੀ ਜੇ ਮਿਸਯੂਜ਼ ਹੋਇਆ ਤੇ ਇਨਕੁਆਇਰੀ ਹੋ ਜਾਣੀ ਚਾਹੀਦੀ ਹੈ। ਚਲੋ ਮੈਂ ਇਸ ਡਿਬੇਟ ਨੂੰ ਇਸ ਵਾਲੇ ਪਾਸੇ ਵੀ ਨਹੀਂ ਪਾਉਣਾ ਚਾਹੁੰਦਾ ਵੀ ਇਨਕੁਆਇਰੀ ਹੋਈ ਜਾਂ ਨਹੀਂ ਹੋਈ, ਪਰ ਜਿਹੜੇ ਉਦੋਂ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਮਿਸਯੂਜ਼ ਕੀਤਾ, ਕੀ ਹੁਣ ਉਹਨਾਂ ਦਾ ਮਿਸਯੂਜ਼ BJP ਕਰ ਰਹੀ ਹੈ?
ਉਹ ਤਾਂ ਜਿਹੜੇ ਬੰਦੇ ਨੂੰ ਕਾਂਗਰਸ ਨੇ ਚੱਲਦੀ ਲਾਰੀ ਚੋਂ ਲਾਤਾ ਤੇ ਹੱਥ ਦੇ ਕੇ ਤੁਸੀਂ ਚੜਾ ਲਿਆ ਬੰਦਾ ਉਹ, ਤੇ ਹੁਣ ਫਿਰ ਪਹਿਲਾਂ ਉਹ ਬੰਦਾ ਮਿਸਯੂਜ਼ ਕਰ ਗਿਆ, ਹੁਣ ਤੁਸੀਂ ਰੱਖ ਲਿਆ ਯੂਜ਼ ਕਰਨ ਨੂੰ, ਵੀ ਪੰਜਾਬ ਤਾਂ ਫੇਰ ਉਹੀ ਹੈ, ਰੋਂਦੇ ਦਾ ਰੋਂਦਾ ਰਹਿ ਗਿਆ। ਨਵਜੋਤ ਜੀ ਦੇਖੋ, ਪਹਿਲੀ ਗੱਲ ਤਾਂ ਜਿਹੜੀ ਪਾਰਟੀ ਹੈ ਨਾ, ਇਹ ਆਪਣਾ ਕਿਸੇ ਵੀ ਇੰਡੀਵਿਜੂਅਲ ਤੋਂ ਉੱਪਰ ਹੁੰਦੀ ਹੈ। ਆਪਾਂ ਜਿਹੜੀ ਆਪਣਾ ਕ੍ਰੈਡਿਟ ਔਰ ਡਿਸਕ੍ਰੈਡਿਟ ਪਾਰਟੀ ਨੂੰ ਦਿੰਨੇ ਹੈਗੇ ਆ, ਗਵਰਨਮੈਂਟ ਨੂੰ ਦਿੰਨੇ ਆ, ਨਾ ਕਿ ਕਿਸੇ ਇੱਕ ਬੰਦੇ ਨੂੰ ਨਹੀਂ ਦਿੰਦੇ ਹੈਗੇ। ਚਾਹੇ ਕੋਈ ਮੁੱਖ ਮੰਤਰੀ ਕਿੰਨਾ ਵੀ ਵੱਡਾ ਹੋਵੇ, ਉਹ ਆਪਣਾ ਬਿਨਾਂ ਕੈਬਨਿਟ ਦੇ ਡਿਸੀਜਨ ਦੇ ਕੋਈ ਫੈਸਲਾ ਨਹੀਂ ਲੈ ਸਕਦਾ। ਮੈਂ ਖਡਿਆਲ ਸਾਹਿਬ ਨੂੰ ਬੇਨਤੀ ਕਰਦਾ ਹੈਗਾ ਆ ਕਿ ਆਪਾਂ ਟੀਵੀ ਦੇ ਉੱਤੇ ਜਿੱਥੋਂ ਸਾਨੂੰ ਕਿ ਹਜ਼ਾਰਾਂ ਲੱਖਾਂ ਲੋਕੀ ਦੇਖ ਰਹੇ ਆ, ਇਹ ਬਿਲਕੁਲ ਗਲਤ ਗੱਲ ਹੈਗੀ ਆ ਕਿ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣਾ ਕਰਜ਼ਾ ਮੋੜਨ ਦੇ ਵਾਸਤੇ ਉਹ ਪੈਸਾ ਨਹੀਂ ਯੂਜ਼ ਕੀਤਾ। ਇਹ ਫੈਕਟ ਹੈਗਾ ਆ, ਚੈੱਕ ਕਰ ਲਓ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹੈਗਾ। ਨੰਬਰ 1। ਨੰਬਰ 2 ਦੇ ਉੱਤੇ ਜੇ ਆਪਣਾ ਪੈਸਾ RDF ਜ਼ੀਰੋ ਕਰ ਦਿੱਤਾ ਹੈਗਾ ਆ ਇਸ ਵਾਰ ਕੇਂਦਰ ਸਰਕਾਰ ਨੇ, ਤਾਂ ਇਹ ਪੈਸਾ ਜਿਹੜਾ ਆ ਇਹ ਕੇਂਦਰ ਸਰਕਾਰ ਨੇ ਨਹੀਂ ਲਿਆ, ਜਿਹੜਾ ਉਹਨਾਂ ਨੇ ਵਾਪਸ ਕਰਨਾ ਆ। ਜੇ ਪੰਜਾਬ ਸਰਕਾਰ ਨੂੰ ਲੱਗਦਾ ਹੈਗਾ ਆ ਕਿ ਵੀ ਇਹ ਪੈਸਾ ਜ਼ਰੂਰ ਲੈਣਾ ਹੈਗਾ, ਚਾਹੀਦਾ ਆ ਡਿਵੈਲਪਮੈਂਟ ਲਈ ਚਾਹੀਦਾ, ਤਾਂ ਆਪਣਾ ਟੈਕਸ ਲਾ ਲਵੇ RDF ਦਾ ਪੰਜਾਬ ਸਰਕਾਰ। ਲੱਦਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਇੱਕ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਸੁਣਾਉਂਦੇ ਆ। ਸਾਡੀ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਰੀਸੈਂਟਲੀ ਹੁਣੇ ਗੱਲਬਾਤ ਕੀਤੀ। ਮੈਂ ਟੀਮ ਨੂੰ ਕਹੂੰਗਾ ਇੱਕ ਵਾਰੀ ਉਹ ਗੱਲਬਾਤ ਸੁਣਾਈ ਜਾਵੇ, ਮੈਂ ਫਿਰ ਉਸ ਤੋਂ ਬਾਅਦ ਅੱਗੇ ਸਵਾਲ ਪੁੱਛ ਕਰਾਂਗਾ। ਪਲੀਜ਼। मेरे टाइम पिछले साल फाइनेंस कमीशन तो मैं 64,000 करोड़ रुपया लेके आया सी, जो जिन्होंने ने केंद्र ने कहा कि वो पंजाब ਨੂੰ नहीं मिलूगा। कौन कहना? केंद्र ने कहा। मैं ਤੁਹਾਨੂੰ ਦੱਸ ਰਿਹਾ, ਜਦੋਂ ਮੈਂ ਪਿਛਲੀ ਵਾਰ ਚੀਫ ਮਿਨਿਸਟਰ ਸੀ, ਮੈਂ ਫਾਈਨੈਂਸ ਕਮਿਸ਼ਨ ਤੋਂ 64,000 ਕਰੋੜ ਲੈ ਕੇ ਆਇਆ ਸੀ, ਜਿਹੜਾ ਅੱਜ ਇਸਤੇਮਾਲ ਹੋ ਰਿਹਾ ਹੈ। ਔਰ ਇਸ ਤੋਂ ਬਾਅਦ ਇਹਨਾਂ ਦੇ ਕੋਲ ਜਿਆਦਾ ਮੁੱਕ ਜੋ, ਇਹਨਾਂ ਕੋਲ ਪੈਸੇ ਹੈ ਨਹੀਂ। ਤੇ ਲੱਦੜ ਸਾਹਿਬ, ਇਹਦਾ ਮਤਲਬ ਇਹ ਹੋਇਆ ਵੀ ਮਿਸਯੂਜ਼ ਤੋਂ ਬਾਅਦ 32,000 ਤੋਂ ਬਾਅਦ ਫੇਰ 32,000 ਲਏ ਤੇ ਫੇਰ ਦੇ ਦਿੱਤਾ ਗਿਆ। ਨਵਜੋਤ ਜੀ ਦੇਖੋ, ਮੈਂ ਇੱਕ ਤੁਹਾਨੂੰ ਬੜੀ ਕੰਮ ਦੀ ਗੱਲ ਜਿਹੜੀ ਦੱਸਦਾ ਹੈਗਾ, ਕਿਉਂਕਿ ਮੈਂ ਬਿਊਰੋਕ੍ਰੇਸੀ ਦਾ ਪਾਰਟ ਰਿਹਾ, ਸਰਕਾਰ ਦਾ ਪਾਰਟ ਰਿਹਾ ਹੈਗਾ ਆ। ਇੱਕ ਵਾਰੀ ਜਦੋਂ ਮੈਂ ਪਲੈਨਿੰਗ ਡਿਪਾਰਟਮੈਂਟ ਦੇ ਵਿੱਚ ਸਪੈਸ਼ਲ ਸੈਕਟਰੀ ਸੀ, ਮੈਂ ਆਪਣਾ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਇਹਦੇ ਤਹਿਤ ਇੱਕ ਸੈਂਟਰ ਦੀ ਦਿੱਲੀ ਮੀਟਿੰਗ ਅਟੈਂਡ ਕਰਨ ਗਿਆ। ਜਦੋਂ ਅਸੀਂ ਆਪਣਾ ਪੈਸਾ ਖਰਚ ਕਰ ਲਿਆ ਸੀਗਾ, ਇਹ 2000 ਦੀ ਗੱਲ ਹੈ, 2001 ਦੀ ਗੱਲ ਹੈ, ਤਾਂ ਅਸੀਂ ਆਪਣਾ UCB ਦੇਤਾ, ਯੂਟਿਲਾਈਜੇਸ਼ਨ ਸਰਟੀਫਿਕੇਟ। ਬਹੁਤ ਸਾਰੇ ਸਟੇਟ ਹੈ, ਗੁਜਰਾਤ ਹੈ, ਫਿਰ ਆਪਣਾ ਪੰਜਾਬ ਹੈ, ਫਿਰ ਅੱਗੇ ਹਿਮਾਚਲ ਹੈ, UP ਹੈ, ਵੈਸਟ ਬੰਗਾਲ ਹੈ, ਬਿਹਾਰ ਹੈ, ਬਹੁਤ ਸਾਰੇ ਸਟੇਟ ਹੈ ਜਿਨ੍ਹਾਂ ਦਾ ਇੰਟਰਨੈਸ਼ਨਲ ਬਾਰਡਰ ਲੱਗਦਾ, ਸਭ ਨੂੰ ਪੈਸਾ ਮਿਲਦਾ। ਔਰ ਮੈਂ ਹੈਰਾਨ ਹੋ ਗਿਆ ਜਦੋਂ ਦੇਖਿਆ ਉਸ ਮੀਟਿੰਗ ਦੇ ਵਿੱਚ ਕਿ ਕਈਆਂ ਸਟੇਟਾਂ ਨੇ 5-5 6-6 ਸਾਲ ਤੋਂ ਉਹ ਪੈਸਾ ਨਹੀਂ ਸੀ ਖਰਚਿਆ। ਅਸੀਂ ਪੈਸਾ ਵੀ ਖਰਚ ਦਿੱਤਾ, UCB ਦੇਤਾ। ਤੇ ਮੈਂ ਉਸ ਵੇਲੇ ਦੇ ਜਿਹੜੇ ਆਪਣਾ ਰੂਰਲ ਡਿਵੈਲਪਮੈਂਟ ਦੇ ਸੈਕਟਰੀ ਸੀਗੇ ਗਵਰਨਮੈਂਟ ਆਫ ਇੰਡੀਆ ਦੇ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਪੰਜਾਬ ਇੱਕ ਵੱਖਰਾ ਸਟੇਟ ਹੈ, ਸਾਡੀ ਤਾਂ ਜਿਹੜੀ ਆਬਾਦੀ ਆ ਬਿਲਕੁਲ ਆਪਣਾ ਵਾਰਡ ਵਾਇਰ ਜਿਹੜੀ ਹੈਗੀ ਆ ਤਾਰ, ਕੰਡੇਦਾਰ ਤਾਰ ਆ, ਉੱਥੋਂ ਤੱਕ ਹੈ। ਅਸੀਂ ਖੇਤੀ ਆਪਣਾ ਉਹਦੇ ਅਕ੍ਰੋਸ ਵੀ ਕਰਦੇ ਆ ਪਾਕਿਸਤਾਨ ਸਾਈਡ ਦੇ, ਤੇ ਤੁਸੀਂ ਇਹ ਪੈਸਾ ਇਹਨਾਂ ਤੋਂ ਵਰਤਿਆ ਨਹੀਂ ਜਾ ਰਿਹਾ, ਸਾਨੂੰ ਦੇ ਦਿਓ। ਤਾਂ ਉਹਨਾਂ ਨੇ ਥੋੜਾ ਜਿਹਾ ਸਮਾਈਲ ਦੇ ਕੇ ਕਿਹਾ ਲੈਟ ਮੀ ਸੀ। ਤੇ ਮੈਂ ਜਦੋਂ ਵਾਪਸ ਆਇਆ ਤੇ ਆਪਣਾ ਬਾਦਲ ਸਾਹਿਬ ਦੀ ਸਰਕਾਰ ਸੀ, ਮੈਂ ਉਹਨਾਂ ਨੂੰ ਮਿਲ ਕੇ ਤੇ ਆਪਣੇ ਸੈਕਟਰੀ ਸਾਹਿਬ ਨੂੰ ਨਾਲ ਲਿਆ, ਉਹਨਾਂ ਨੂੰ ਦੱਸਿਆ ਕਿ ਕੀ ਹੋਇਆ, ਤੇ ਨਾਲ ਮੈਂ ਇੱਕ DO ਲੈਟਰ CM ਵੱਲੋਂ ਡਰਾਫਟ ਕਰਕੇ ਲੈ ਕੇ ਗਿਆ ਕਿ ਸਰ ਤੁਸੀਂ ਇਹ ਲੈਟਰ ਭੇਜੋ ਗਵਰਨਮੈਂਟ ਆਫ ਇੰਡੀਆ ਨੂੰ। ਤੇ ਉਸ ਵੇਲੇ KC ਪੰਤ ਸੀਗੇ ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ ਆਫ ਇੰਡੀਆ, ਤਾਂ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਇੱਕ ਲੈਟਰ ਭੇਜੀ। ਤੇ ਤੁਸੀਂ ਹੈਰਾਨ ਹੋ ਜਾਓਗੇ, ਓਵਰ ਐਂਡ ਅਬਵ ਸਾਨੂੰ ਹਿੱਸਾ ਤਾਂ ਮਿਲਿਆ, ਲੇਕਿਨ 20 ਕਰੋੜ ਰੁਪਈਆ ਸਾਨੂੰ ਉਸ ਤੋਂ ਇਲਾਵਾ ਹੋਰ ਆ ਗਿਆ 1 ਮਹੀਨੇ ਦੇ ਅੰਦਰ ਅੰਦਰ। ਸੋ ਜੇ ਅਸੀਂ ਆਪਣਾ ਪਾਲਿਸੀਜ਼ ਨੂੰ, ਆਪਣਾ ਡਿਮਾਂਡਸ ਨੂੰ ਗਵਰਨਮੈਂਟ ਆਫ ਇੰਡੀਆ ਦੇ ਨਾਲ ਟੇਕ ਅਪ ਕਰਦੇ ਆ, ਦੇਖੋ ਗਾਲੀ ਗਲੋਚ ਨਾਲ ਕੁਝ ਨਹੀਂ ਮਿਲਦਾ, ਟਵਿੱਟਰ ਨਾਲ ਕੁਝ ਨਹੀਂ ਮਿਲਦਾ। ਤੁਸੀਂ ਆਪਣਾ ਜਾ ਕੇ ਆਪਾਂ ਮੀਡੀਆ ਦੇ ਵਿੱਚ ਬੜੀਆਂ ਮਸਲਾ ਈਗੋ ਦਾ, ਮਸਲਾ ਟੇਕ ਅਪ ਕਰਨ ਦਾ ਨਹੀਂ ਪਤਾ ਉਸਦਾ। ਈਗੋ ਹੋਵੇ, ਲੇਕਿਨ ਈਗੋ ਤੁਸੀਂ ਆਪਣਾ, ਜਿਵੇਂ ਆਪਾਂ ਕਹਿ ਦਿੰਦੇ ਕਿ ਜੀ ਆਪਾਂ ਜਿੱਦਾਂ ਮੰਨ ਲਓ ਕੋਈ ਮੁਲਾਜ਼ਮ ਹੈ, ਉਹ ਮੁੱਖ ਮੰਤਰੀ ਦੇ ਨਾਲ ਉਹਦੀ ਈਗੋ ਕੀ ਮਾਇਨੇ ਰੱਖਦੀ ਹੈ? ਤੇ ਪ੍ਰਾਈਮ ਮਿਨਿਸਟਰ ਇੰਡੀਆ ਦਾ ਆ, ਜਿਹੜਾ ਗਵਰਨਮੈਂਟ, ਸੈਂਟਰਲ ਗਵਰਨਮੈਂਟ ਆ, ਇੱਕ ਸਮੁੰਦਰ ਹੈ। ਤੁਸੀਂ ਉੱਥੋਂ ਜਿਵੇਂ ਆਪਣਾ ਕੈਪਟਨ ਦੀ ਆਪਣਾ ਦਿਖਾਈ ਬਾਈਟ ਕੇ ਮੈਂ 64,000 ਕਰੋੜ ਰੁਪਈਆ ਲਿਆ, ਉੱਥੋਂ ਜੋ ਮਰਜ਼ੀ ਲੈ ਆਵੇ। ਬਾਦਲ ਸਾਹਿਬ ਆਪਣਾ ਅਕਾਲੀ ਦਲ 'ਚ ਹੁੰਦੇ ਹੋਏ ਮਨਮੋਹਨ ਸਿੰਘ ਤੋਂ ਹਜ਼ਾਰਾਂ ਕਰੋੜਾਂ ਰੁਪਈਆ ਲਿਆਂਦੇ ਰਹੇ। ਚਲੋ ਮੈਂ ਗਗਨਦੀਪ ਜੀ ਨੂੰ ਇੱਕ ਅਪੀਲ ਕਰ ਦਿੰਦਾ ਇਸ ਚਰਚਾ ਦੇ ਜ਼ਰੀਏ। ਗਗਨਦੀਪ ਜੀ, ਖੜਿਆਲ ਸਾਹਿਬ ਵੀ ਇਹ ਗੱਲ ਕਹਿ ਰਹੇ ਸੀ, ਭਾਈ ਹੰਕਾਰ ਛੱਡ ਦਿਓ, ਈਗੋ ਛੱਡ ਦਿਓ, ਹੀ ਗੱਲ ਲੱਦੜ ਸਾਹਿਬ ਕਹਿ ਰਹੇ ਆ, ਕਿਉਂਕਿ ਆਫਟਰ ਆਲ ਤੁਹਾਡੀ ਪਾਰਟੀ ਦੀ ਜਿਹੜੀ
ਕਮਿਟਮੈਂਟ ਪੰਜਾਬ ਦੇ ਨਾਲ ਹੈ ਕਿ ਉਹ ਪੰਜਾਬ ਨੂੰ ਰੰਗਲਾ ਪੰਜਾਬ ਤੇ ਬਿਹਤਰ ਪੰਜਾਬ ਬਣਾਉਣ ਦੀ ਹੈ, ਫਿਰ ਆਪਾਂ ਕਾਹਨੂੰ ਈਗੋ ਤੇ ਹੰਕਾਰ ਰੱਖਣਾ। ਨਵਜੋਤ ਜੀ, ਗੱਲ ਈਗੋ ਦੀ ਨਹੀਂ ਹੈਗੀ, ਗੱਲ ਹੈਗੀ ਆ ਸੰਘੀਏ ਢਾਂਚੇ ਨੂੰ ਖਰਾਬ ਕਰਨ ਦੀ। ਐਕਚੁਅਲੀ ਕੇਂਦਰ ਦੀ ਸਰਕਾਰ ਚਾਹੁੰਦੀ ਕੀ ਹੈ ਕਿ ਸਟੇਟਾਂ ਨੂੰ ਬਿਲਕੁਲ ਨਿਚੋੜ ਦਿੱਤਾ ਜਾਵੇ ਤੇ ਸਟੇਟਾਂ ਦਾ ਜਿਹੜਾ ਸਟੇਟਸ ਹੈ ਬਿਲਕੁਲ ਕਰੰਬਲ ਕਰ ਦਿੱਤਾ ਜਾਵੇ ਤੇ ਸਟੇਟਾਂ ਮਿੰਨਤਾਂ ਕਰਦੀਆਂ ਰਹਿਣ ਸੈਂਟਰ ਦੀਆਂ ਹਰ ਚੀਜ਼ ਵਾਸਤੇ। ਇਹ ਚਾਹੁੰਦੇ ਆ ਕਿ ਹਰ ਸਟੇਟ ਦਾ ਸੀਐਮ ਹੈ ਉਹ ਜਾ ਕੇ ਪੈਰੀ ਹੱਥ ਲਾਉਂਦਾ ਰਵੇ ਪ੍ਰਧਾਨ ਮੰਤਰੀ ਜੀ ਦੇ। ਇਸ ਪੂਰੇ ਸੰਵਿਧਾਨ ਨੂੰ ਖਰਾਬ ਕਰਨਾ ਚਾਹੁੰਦੇ ਆ। ਕੱਲ ਇਹਨਾਂ ਨੂੰ ਫਟਕਾਰ ਪਈ ਹੈ ਬੀਜੇਪੀ ਨੂੰ ਸੁਪਰੀਮ ਕੋਰਟ ਤੋਂ ਬੜੀ ਚੰਗੀ ਤਰ੍ਹਾਂ, ਉਹ ਵੀ ਦਿੱਲੀ ਦੇ ਵਾਸਤੇ ਕੇਸ ਦੇ ਵਿੱਚ ਵੀ ਤੇ ਬੰਬੇ ਮਹਾਰਾਸ਼ਟਰ ਦੇ ਕੇਸ ਦੇ ਵਿੱਚ ਵੀ, ਕਿਉਂਕਿ ਇਹ ਸੰਵਿਧਾਨ ਨੂੰ ਸਮਝਦਾ ਹੀ ਕੁਝ ਨਹੀਂ। ਇਹ ਸਾਡੇ ਸੰਵਿਧਾਨ ਦੀਆਂ ਧੱਜੀਆਂ ਢਾਤੀਆਂ ਇਹਨਾਂ ਨੇ। ਨਾ ਇਹ ਲੋਕਾਂ ਦੇ ਰਾਈਟਸ ਨੂੰ ਕੁਝ ਸਮਝਦੇ ਨੇ, ਨਾ ਇਹ ਫੀਮੇਲ ਤੇ ਔਮਨ ਰਾਈਟਸ ਨੂੰ ਕੁਝ ਸਮਝਦੇ ਨੇ, ਨਾ ਸਾਡੇ ਉੱਥੇ ਤੁਸੀਂ ਦੇਖ ਲਓ ਦਿੱਲੀ ਦੇ ਵਿੱਚ ਸਪੋਰਟਸਮੈਨ ਸਾਡੇ ਉੱਥੇ ਬੈਠੇ ਆ, ਉਹ ਹਲੇ ਤੱਕ ਕੁੜੀ ਦੇ ਉੱਤੇ ਮਤਲਬ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਤੇ ਫੈਡਰੇਸ਼ਨ ਦੇ, ਉਹਨਾਂ ਨੂੰ ਹਲੇ ਤੱਕ ਇਹਨਾਂ ਨੇ ਰਿਜ਼ਾਈਨ ਨਹੀਂ ਇਹਨਾਂ ਨੇ ਦਿੱਤਾ ਹੈਗਾ। ਕਿਉਂ ਨਹੀਂ ਦਿੱਤਾ ਹੈਗਾ? ਉਹਨਾਂ ਦਾ ਹੀ ਸਾਥ ਦੇ ਰਹੇ ਨੇ ਹਰ ਚੀਜ਼ ਦੇ ਵਿੱਚ। ਤੁਸੀਂ ਦੇਖੋ, ਤੁਸੀਂ ਵਾਟਰ ਦੇ ਰਾਈਟਸ ਨੂੰ ਲੈ ਕੇ ਦੇਖ ਲਓ, ਐਜੂਕੇਸ਼ਨ ਰਾਈਟਸ ਨੂੰ ਲੈ ਕੇ ਦੇਖ ਲਓ, ਇਹ ਬੀਜੇਪੀ ਦੀ ਸਰਕਾਰ ਕਿਸੇ ਰਾਈਟਸ ਨੂੰ ਮੰਨਦੀ ਨਹੀਂ, ਇਹ ਜਨਤਾ ਨੂੰ ਮੰਨਦੀ ਨਹੀਂ। ਜਿਵੇਂ ਹੁਣ ਇਹ ਕਹਿ ਰਹੇ ਨੇ ਵੀ ਇਸ਼ੂ ਟੇਕ ਅਪ ਕਰਨ ਦਾ ਇੱਕ ਤਰੀਕਾ ਹੁੰਦਾ, ਵੀ ਉਹ ਤਰੀਕਾ ਉਸ ਤਰੀਕੇ ਨਾਲ ਜਿਹੜਾ ਤਰੀਕਾ ਇਹ ਦੱਸਦੇ ਆ, ਮੈਂ ਕਹਿ ਰਿਹਾ ਵੀ ਉਵੇਂ ਅਪਣਾ ਕੇ ਦੇਖ ਲਿਆ ਜਾਵੇ, ਕਿਉਂਕਿ ਪੰਜਾਬ ਦੀ ਬਿਹਤਰੀ ਦਾ ਸਵਾਲ ਹੈ। ਚਲੋ ਮੈਂ ਕਹਿੰਦਾ ਇਹ ਵੀ ਛੱਡ ਦਿਓ। ਮੈਂ ਇੱਕ ਗੱਲ ਇਹ ਵੀ ਸੁਣੀ ਸੀ, ਤੁਹਾਡੇ ਲੀਡਰ ਸਾਹਿਬਾਨਾਂ ਦੇ ਮੁਖਾਰਬਿਆਂ ਚੋਂ, ਸਾਨੂੰ ਕੇਂਦਰ ਵੱਲ ਝਾਕਣ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਆਪ ਆਪਣੇ ਬਲਬੂਤੇ ਬਹੁਤ ਕੁਝ ਕਰ ਲਾਂਗੇ। ਖੜਿਆਲ ਸਾਹਿਬ ਨੇ ਵੀ ਇਹ ਸਵਾਲ ਪਾਇਆ ਸੀ, ਆਪਣੇ ਬਲਬੂਤੇ ਕਰ ਲਓ, ਵੀ ਹੁਣ ਸਮਾਂ ਆ ਗਿਆ। ਗਗਨ ਜੀ। ਨਵਜੋਤ ਜੀ, ਜਿਹੜੇ ਆਈਐਸ ਅਫਸਰ ਹੁੰਦੇ ਆ ਨਾ, ਦੇ ਆਰ ਮਤਲਬ ਉਹ ਕੰਮ ਤਾਂ ਸਟੇਟਾਂ ਦੇ ਵਿੱਚ ਕਰਦੇ ਆ, ਬਟ ਦੇ ਐਕਟ ਐਜ਼ ਅ ਲਿੰਚਿੰਗ ਪਿਨ ਬਿਟਵੀਨ ਸੈਂਟਰ ਐਂਡ ਸਟੇਟ। ਤੇ ਜਿਹੜੀ ਬਿਊਰੋਕ੍ਰੇਸੀ ਪਹਿਲਾਂ ਵੀ ਕੇਸਿਸ ਨੂੰ ਟੇਕ ਅਪ ਕਰਦੀ ਰਹੀ ਹੈ ਸੈਂਟਰ ਦੇ ਸਟੇਟ ਦੇ ਵਿੱਚ, ਜਿਹੜਾ ਚੀਫ ਸੈਕਟਰੀ ਹੁੰਦਾ, ਦੈਟ ਇਜ਼ ਐਕਟਿੰਗ ਐਜ਼ ਅ ਲਿੰਚਿੰਗ ਪਿਨ ਬਿਟਵੀਨ ਸੈਂਟਰ ਐਂਡ ਸਟੇਟ। ਚੀਫ ਸੈਕਟਰੀ ਦੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਕੈਬਨਿਟ ਸੈਕਟਰੀ ਦੇ ਨਾਲ, ਸਾਰੇ ਮੁੱਦੇ ਆ ਜਿਹੜੇ ਟੇਕ ਅਪ ਹੁੰਦੇ ਰਹਿੰਦੇ ਨੇ, ਟਾਈਮ ਟੂ ਟਾਈਮ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ। ਐਕਚੁਅਲੀ ਇਹ ਮਿੰਨਤਾਂ ਕਰਾਉਣਾ ਚਾਹੁੰਦੇ ਨੇ, ਹੋਰ ਕੁਝ ਨਹੀਂ ਹੈ। ਇਹਨਾਂ ਦਾ ਬੇਸਿਕਲੀ ਮਕਸਦ ਹੀ ਇਹ ਹੈ। ਨਹੀਂ ਖੜਿਆਲ ਸਾਹਿਬ, ਮੈਂ ਆਉਣਾ ਤੁਹਾਡੇ ਕੋਲੇ, ਪਰ ਮੈਂ ਇਹ ਵੱਡੇ ਇਲਜ਼ਾਮ ਦਾ ਜਵਾਬ ਲੈਣਾ ਚਾਹੁੰਦਾ ਲੱਦੜ ਸਾਹਿਬ ਤੋਂ। ਲੱਦੜ ਸਾਹਿਬ ਵੀ ਐ ਕੀ ਹੈ ਵੀ ਪੈਰੀ ਹੱਥ ਲਵਾ ਕੇ ਚੀਜ਼ ਦੇਣੀ ਹੈ, ਚਲੋ ਉਹ ਲਵਾ ਲੈਂਦੇ ਆ ਕਹਿ ਕੂ ਕੇ। ਦੇਖੋ ਆਪਣਾ ਨਵਜੋਤ ਜੀ, ਮੈਨੂੰ ਇੱਕ ਰਾਈਟਸ ਬਣਦੇ ਨੇ, ਰਾਈਟਸ ਦੇਣੇ ਚਾਹੀਦੇ ਨੇ। ਠੀਕ ਹੈ, ਹਾਂਜੀ ਲੱਦੜ ਸਾਹਿਬ। ਮੈਂ ਇੱਕ ਨਵਜੋਤ ਜੀ ਛੋਟੀ ਜਿਹੀ ਗੱਲ ਦੱਸਣਾ ਹੈਗਾ। ਮੇਰੇ ਬਜ਼ੁਰਗਾਂ ਨੇ ਕਈ ਵਾਰੀ ਇਹ ਸ਼ੇਅਰ ਕੀਤੀ ਸੀਗੀ ਕਿ ਇੱਕ ਬਰਾਤ ਜਾਣੀ ਸੀਗੀ ਤੇ ਉਹਦੇ ਵਿੱਚ ਆਪਣਾ ਕੁੜੀ ਵਾਲਿਆਂ ਨੇ ਕੰਡੀਸ਼ਨ ਲਾਤੀ ਵੀ ਤੁਹਾਡੇ 'ਚ ਕੋਈ ਸਿਆਣਾ ਬੰਦਾ ਨਹੀਂ ਹੋਣਾ ਚਾਹੀਦਾ। ਉੱਥੇ ਜਾ ਕੇ ਜਦੋਂ ਆਪਣਾ ਉਹ ਗੱਲ ਦੱਸੀ ਬਜ਼ੁਰਗ ਨੂੰ, ਕਿਸੇ ਨੂੰ, ਪਿੰਡ ਆਪਣੇ ਘਰ ਦੇ ਨੂੰ, ਉਹ ਕਹਿੰਦਾ ਵੀ ਇਦਾਂ ਕਰੋ, ਮੈਨੂੰ ਟਰੰਕ 'ਚ ਪਾ ਕੇ ਲੈ ਜਾਓ। ਤੇ ਉਹ ਚਲੇ ਗਏ, ਟਰੰਕ 'ਚ ਪਾ ਕੇ ਲੈ ਗਏ। ਤੇ ਉਹਨਾਂ ਨੇ ਕੁੜੀ ਵਾਲਿਆਂ ਨੇ ਕਿਹਾ ਵੀ ਕੋਈ ਸਿਆਣਾ ਤਾਂ ਨਹੀਂ ਆਇਆ? ਕਹਿੰਦੇ ਜੀ ਬਿਲਕੁਲ ਨਹੀਂ ਆਇਆ। ਕਹਿੰਦੇ ਅੱਛਾ ਠੀਕ ਹੈ, ਕਿੰਨੇ ਬੰਦੇ ਹੈਗੇ? ਕਹਿੰਦੇ ਜੀ 100 ਬੰਦੇ ਆ ਬਰਾਤ ਦੇ। ਕਹਿੰਦੇ ਠੀਕ ਆ, ਤੁਹਾਨੂੰ ਅਸੀਂ 100 ਬੱਕਰਾ ਖਾਣ ਨੂੰ ਦੇਣਾ ਹੈਗਾ ਵੱਢ ਕੇ, ਤੇ ਤੁਸੀਂ 100 ਬੱਕਰਾ ਖਾਣਾ ਹੈਗਾ ਆ। ਤੇ ਉਹ ਸਾਰੇ ਪਰੇਸ਼ਾਨ ਹੋ ਗਏ ਕਿ ਯਾਰ 100 ਬੰਦੇ 100 ਬੱਕਰਾ ਕਿਵੇਂ ਖਾਣਗੇ? ਤੇ ਉਹਨਾਂ ਨੇ ਜਾ ਕੇ ਢੱਕਣ ਖੋਲਿਆ ਆਪਣਾ ਟਰੰਕ ਦਾ, ਤੇ ਉਹਨੂੰ ਆਪਣਾ ਬਜ਼ੁਰਗ ਨੂੰ ਪੁੱਛਿਆ ਕਿ ਹੁਣ ਬਾਬਾ ਜੀ ਕੀ ਕਰੀਏ? ਉਹ ਕਹਿੰਦਾ ਜੀ ਇਸ ਤਰ੍ਹਾਂ ਹੈਗਾ, ਬੜਾ ਮੁਸ਼ਕਲ ਕੰਮ ਆ ਗਿਆ ਹੈਗਾ। ਉਹ ਕਹਿੰਦਾ ਕਿ ਇਦਾਂ ਕਰੋ, ਉਹਨਾਂ ਨੂੰ ਕਹੋ ਜੀ ਖਾ ਲਾਂਗੇ ਅਸੀਂ 100 ਬੱਕਰਾ, ਇੱਕ ਇੱਕ ਬਣਾਈ ਜਾਓ ਤੇ ਲਈ ਆਓ। ਤੋ ਸਿਆਣਾ ਬੰਦਾ ਜਿਹੜਾ ਹੁੰਦਾ ਆ, ਉਹਦੀ ਆਪਣਾ ਆਮ ਆਦਮੀ ਪਾਰਟੀ ਦੇ ਵਿੱਚ ਇਹ ਆਪਣਾ ਮਾਫ ਕਰਨਾ, ਗੁੱਸਾ ਨਾ ਕਰਨ, ਜ਼ਬਰਦਸਤ ਘਾਟ ਹੈਗੀ ਹੈ। ਇਹਨਾਂ ਨੇ ਆਪਣਾ ਦੇਖੋ, ਜਿਹੜੇ ਸਾਡੇ ਮਹਾਰਾਜਾ ਆਪਣੇ ਦਿੱਲੀ ਵਾਲੇ ਆ, ਉਹਨਾਂ ਨੇ 45 ਕਰੋੜ ਰੁਪਈਆ ਆਪਣੇ ਸ਼ੀਸ਼ ਮਹਿਲ ਤੇ ਲਾਤਾ ਹੈਗਾ। 8-8 ਲੱਖ ਦਾ ਇੱਕ ਪਰਦਾ ਲਿਆ, ਉਹ ਪੈਸਾ ਕਿਹਦਾ ਆ? ਔਰ ਉਹ ਕਹਿੰਦੇ ਸੀਗੇ ਕਿ ਮੈਂ ਆਮ ਆਦਮੀ ਆ, ਚੱਪਲ ਪਾ ਲਈ, ਡਬਲ ਐਕਸਐਲ ਦੀ ਸ਼ਰਟ ਪਾ ਲਈ, ਇੱਕ ਬਾਂਦਰ ਟੋਪੀ ਲੈ ਲਈ, ਖੌਂ ਕਰਦੇ ਰਹੇ ਜਸਟ ਟੂ ਇੰਡੀਕੇਟ ਕਿ ਮੈਂ ਆਪਣਾ ਬੜਾ ਹੀ ਗਰੀਬੜਾ ਜਿਹਾ ਹੈਗਾ ਆ। ਔਰ 8-8 ਲੱਖ ਰੁਪਏ ਦਾ ਇੱਕ ਪਰਦਾ, ਸਵਿਮਿੰਗ ਪੂਲ, ਆਲ ਵੈਦਰ, ਪਤਾ ਨਹੀਂ ਕਿੰਨੇ ਘਰ ਢਾਤੇ। ਔਰ ਸਾਡਾ ਜਿਹੜਾ ਆਪਣਾ ਮਹਾਰਾਜਾ ਸਤੌਜ ਹੈ, ਮਾਨਯੋਗ ਮੁੱਖ ਮੰਤਰੀ, ਆਪਣੇ ਘਰ ਤੋਂ ਇਲਾਵਾ ਉਹਨੇ ਦਿੱਲੀ ਦੇ ਵੱਡੇ ਬੰਦਿਆਂ ਦੇ ਵਾਸਤੇ 5 ਕੋਠੀਆਂ ਰੱਖੀਆਂ ਹੋਈਆਂ ਆ, ਵਿੱਚੇ ਰਾਘਵ ਚੱਡਾ, ਵਿੱਚੇ ਪਤਾ ਨਹੀਂ ਕੌਣ ਹੈ। 14 MLA, 52 MLA ਤਾਂ ਇਹਨਾਂ ਦੇ ਉਹ ਹੈ ਜਿਨ੍ਹਾਂ ਦੇ ਉੱਤੇ 307 ਤੱਕ ਦੇ ਲੈਂਡ ਗ੍ਰੈਬਿੰਗ ਦੇ ਹੋਰ ਪਰਚੇ ਹੈਗੇ ਆ। ਲੇਕਿਨ 14 ਬੰਦੇ ਤਾਂ ਇਸ ਸਰਕਾਰ ਦੇ ਵਿੱਚ ਨੰਗੇ ਚਿੱਟੇ ਇਹਨਾਂ ਨੇ ਆਪ ਕਰ ਲਿਆ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਆਪਣਾ ਵਿਜੇ ਸਿੰਗਲਾ ਨੂੰ ਫੜ ਕੇ ਅੰਦਰ ਕਰਤਾ। ਕਹਿੰਦੇ ਜੀ ਉਹ ਆਪਣਾ ਮੁੱਖ ਮੰਤਰੀ ਨੇ ਖੁਦ ਆਪਣਾ ਟਵੀਟ ਨਹੀਂ ਕੀਤਾ, ਆਪਣਾ ਟੀਵੀ ਤੇ ਆ ਕੇ ਕਿਹਾ ਕਿ ਇਹਨੇ ਕਰਪਸ਼ਨ, ਪੈਸੇ ਦੀ ਲੈਣ ਦੇਣ ਮੰਗਿਆ, ਇਹ ਕੀਤਾ, ਉਹ
ਉਹ ਕੀਤਾ, ਉਹਨੂੰ ਫੜ ਕੇ ਸਿੱਧਾ ਅੰਦਰ ਭੇਜਤਾ, FIR ਕਰਤੀ, ਕੈਦ ਕਰ ਦਿੱਤਾ, ਉਹਨੂੰ ਭੇਜ ਦਿੱਤਾ ਹਵਾਲੇ ਤੇ। ਅੱਜ ਜਿਹੜਾ ਕਟਾਰੂ ਚੱਕ ਹੈਗਾ ਆ, ਹੁਣ ਦੇਖੋ ਵਿੱਚੇ ਬੋਲੀ ਜਾਂਦੇ ਆ, ਵਿੱਚੇ ਨਾ ਬੋਲੋ, ਮੇਰੀ ਗੱਲ ਤਾਂ ਸੁਣ ਲਓ, ਮਾਦਾ ਰੱਖੋ ਥੋੜਾ ਜਿਹਾ। ਮੈਂ ਤੁਹਾਡੀ ਸਰਕਾਰ ਦੇ ਬਾਰੇ ਗੱਲ ਕਰ ਰਿਹਾ। ਹੁਣ ਤੁਸੀਂ 22,200 ਕਰੋੜ ਰੁਪਏ ਦੀ ਤਾਂ ਸਬਸਿਡੀ ਦੇਤੀ ਆ ਬਿਜਲੀ ਬੋਰਡ ਨੂੰ ਕਿ ਅਸੀਂ ਫ੍ਰੀ ਦੇਾਂਗੇ। 1000 ਕਰੋੜ ਰੁਪਏ ਵਾਸਤੇ ਚੀਕਾਂ ਮਾਰ ਰਹੇ ਹੋ ਤੁਸੀਂ, ਜਿਹੜਾ ਕਿ ਤੁਹਾਡਾ ਬਣਦਾ ਨਹੀਂ ਹੈਗਾ। ਤੁਸੀਂ ਗੱਲਾਂ ਕੀ ਕਰਦੇ ਹੋ? ਸਰਕਾਰ ਚਲਾਣੀ ਆਂਦੀ ਨਹੀਂ, ਨਾਚ ਨਾ ਜਾਣੇ ਆਂਗਣ ਟੇਢਾ, ਗੱਲਾਂ ਕਰਦੇ ਆ ਵੱਡੀਆਂ ਵੱਡੀਆਂ। ਤੁਸੀਂ ਇੱਕ ਗੱਲ ਦੱਸੋ, ਇੱਕ ਅਚੀਵਮੈਂਟ ਦੱਸੋ। ਇੱਕ ਆਪਣਾ ਉੱਥੇ ਗੋਲਡੀ ਕੀ ਹੈਗਾ ਉਹਦਾ ਨਾਂ, ਆਪਣਾ MLA ਜਲਾਲਾਬਾਦ ਦਾ, ਉਹਦੇ ਪਿਓ ਨੇ 10 ਲੱਖ ਰੁਪਏ ਐਕਸਟੋਰਸ਼ਨ ਕੀਤੀ, ਉਹ ਅੰਦਰ ਹੋਈ ਆ। ਇਹ ਤਾਂ ਦੇਖਿਆ ਸੀਗਾ ਕਿ ਆਪਣਾ ਬੱਚਿਆਂ ਨੂੰ ਲੋਕੀ ਆਪਣਾ ਮਾਂ ਪਿਓ ਬੇਦਖਲ ਕਰਦੇ, ਉਹਨੇ ਆਪਣੇ ਪਿਓ ਨੂੰ ਬੇਦਖਲ ਕਰ ਦਿੱਤਾ। ਆਪਣਾ ਦੇਖੋ, ਆਪਣਾ ਜਿਹੜਾ ਕੋਟ ਫੱਤਾ ਆ, ਇੱਕ MLA ਆ ਉੱਥੇ ਦਾ ਬਠਿੰਡੇ ਵਾਲਾ, ਉਹ ਕਹਿੰਦਾ ਨਾ 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 ਮੇਰਾ PA ਨਹੀਂ ਹੈਗਾ। ਹੁਣ ਫਿਰ ਪਿੱਛੇ ਬੋਲੀ ਜਾਂਦੇ ਆ। ਫਿਰ ਉਹਦਾ ਆਪਣਾ ਉਹ ਕਹਿੰਦਾ PA ਨਹੀਂ, ਬਾਅਦ ਦੇ ਵਿੱਚ ਆਪ ਵੀ ਅੰਦਰ, PA ਵੀ ਅੰਦਰ। ਹੁਣ ਆਪਣਾ ਜੇ ਹੁਣ ਤੁਸੀਂ ਆਪਣਾ ਗੱਲ ਹੀ ਨਹੀਂ ਕਰਨ ਦੇਣੀ ਤੇ ਫਿਰ ਕਹਿੰਦੇ ਨਾ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੂਦਾ ਕਾਲੀਆਂ ਬਾਹਰ ਚਿੱਟਵੀਆਂ। ਗੁਰਬਾਣੀ ਨੇ ਤਾਂ ਕੋਈ ਗਲਤ ਨਹੀਂ ਕਿਹਾ ਹੈਗਾ, ਤੁਸੀਂ ਜੋ ਮਰਜ਼ੀ ਕਹੀ ਜੋ, ਲੋਕਾਂ ਨੂੰ ਸਭ ਪਤਾ ਹੈਗਾ। ਲੱਦਰ ਸਾਹਿਬ ਉਹਨਾਂ ਨੂੰ ਗੱਲ ਕਹਿ ਲੈਣ ਦਿਓ, ਕੀ ਨਹੀਂ ਉਹ ਕਹਿ ਲੈਣ, ਅਸੀਂ ਤਾਂ ਰੋਜ਼ ਹੀ ਸੁਣਦੇ ਆ। ਕਹਿੰਦੇ 1 ਸਾਲ ਕੰਮ ਦਮਦਾਰ, 1 ਸਾਲ ਕੰਮ ਦਮਦਾਰ। ਇਹ ਦਮਦਾਰ ਸਰਕਾਰ ਹੈ ਇਹਨਾਂ ਦੀ। ਗਗਨ ਜੀ, ਮੈਂ ਤਾਂ ਕਹਿੰਦਾ ਇਹਨਾਂ ਨੂੰ ਪੁੱਛ ਲਓ। ਮੈਂ ਆਉਣਾ ਇੱਕ ਵਾਰੀ। ਗਗਨ ਜੀ ਕੁਝ ਕਹਿਣਾ ਚਾਹ ਰਹੇ? ਹਾਂਜੀ ਗਗਨ ਜੀ, ਗੱਲ ਪੂਰੀ ਕਰ ਲਿਓ। ਨਵਜੋਤ ਜੀ, ਇਹਨਾਂ ਨੇ ਕਿਸਾਨਾਂ ਦਾ ਗਲਾ ਸਟਾਰਟਿੰਗ ਤੋਂ ਘੁੱਟਿਆ। ਤੁਸੀਂ ਦੇਖੋ 700 ਕਿਸਾਨ ਸਾਡਾ ਮਾਰਤਾ ਇਹਨਾਂ ਨੇ ਇੱਥੇ ਬਾਰਡਰ ਦੇ ਉੱਤੇ। ਕਿਸੇ ਦੇ ਗੋਲੀ ਮਾਰੀ, ਕਿਸੇ ਦੇ ਡੰਡਾ ਮਾਰਿਆ, ਫालतू ਗੱਲਾਂ ਕਰਦੇ ਆ ਇਹ। ਆਮ ਆਦਮੀ ਪਾਰਟੀ ਦਾ ਜਮਾ ਹੀ ਆਪਣਾ ਝੂਠ ਬੋਲਣ ਤੋਂ ਪਤਾ ਨਹੀਂ ਕਿੱਥੋਂ ਟ੍ਰੇਨਿੰਗ ਲੈ ਕੇ ਆਏ ਆ। ਵਾਰੀ ਮੋਦੀ ਸਾਹਿਬ ਆਏ ਨਹੀਂ ਗੱਲ ਕਰਨ, ਇੱਕ ਵਾਰੀ ਮੋਦੀ ਸਾਹਿਬ ਗੱਲ ਕਰਨ ਨਹੀਂ ਆਏ ਹੈਗੇ ਕਿਸਾਨਾਂ ਦੇ ਨਾਲ। ਹੁਣ ਤੁਸੀਂ ਕਿਸਾਨਾਂ ਦੇ ਕਿੱਥੋਂ ਹਿਮਾਇਤੀ ਹੋ ਜਾਓਗੇ? ਅਡਾਨੀਆਂ ਬਾਨੀਆਂ ਨੂੰ ਇਹਨਾਂ ਨੇ ਦੇਸ਼ ਪੂਰਾ ਵੇਚ ਕੇ ਰੱਖਤਾ। ਉਹ ਭਾਈ ਮੁੱਦੇ ਦੀ ਗੱਲ ਕਰੋ ਨਾ, ਮੁੱਦੇ ਦੀ ਗੱਲ ਕਰੋ, ਕੋਈ ਮੁੱਦੇ ਦੀ ਗੱਲ ਕਰੋ। ਸਰ ਮੈਂ ਤੁਹਾਨੂੰ, ਤੁਹਾਡੀ ਸਰਕਾਰ ਇਹੋ ਜੀ ਸਰਕਾਰ ਹੈ, ਤੁਸੀਂ ਮੰਤਰਾਲੇ ਖੜਾ ਕਰਤਾ, ਤੁਹਾਨੂੰ ਪਤਾ ਹੈ? ਤੁਸੀਂ ਭਾਈ ਐਨੇ ਸਟੇਟ ਦੇ ਮਾਲਕ ਹੋ, ਤੁਸੀਂ ਆਪਣਾ BJP ਦੇ ਗਵਰਨਮੈਂਟ ਆਫ ਇੰਡੀਆ ਨਾਲ ਟੱਕਰ ਲੈ ਰਹੇ ਹੋ। ਤੁਹਾਡੀ ਔਕਾਤ ਕੀ ਹੈਗੀ ਇਹ ਦੱਸੋ ਨਾ। ਕੀ ਔਕਾਤ ਹੈ? ਤੁਸੀਂ ਮੈਨੂੰ ਆਦੀ ਔਕਾਤ ਦੱਸੋ। ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਇਹਨਾਂ ਨੇ ਕੀ ਕੀਤਾ ਨਵਜੋਤ ਜੀ, ਉਹ ਦੇਖੋ, ਇਹ BJP ਦੀ ਪਹਿਲੀ ਸਰਕਾਰ ਆ ਦੁਨੀਆ ਦੇ ਵਿੱਚ ਜਿਹਨੇ ਮੰਤਰਾਲੇ ਖੋਲਤਾ, ਮਿਨਿਸਟਰੀ ਆਫ ਡਿਸਇਨਵੈਸਟਮੈਂਟ। ਇਨਵੈਸਟਮੈਂਟ ਤਾਂ ਕਰਨੀ ਕੀ ਹੈ? ਲੋਕਾਂ ਦਾ ਭਲਾ ਤਾਂ ਇਹਨਾਂ ਨੇ ਕੀ ਕਰਨਾ। ਇਹ ਪਹਿਲੀ ਸਰਕਾਰ ਹੈ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਇਤਿਹਾਸ ਦੇ ਵਿੱਚ, ਜਿਹੜੇ ਐਸਾ ਮੰਤਰਾਲੇ ਖੋਲਤਾ। ਹਰ ਸਾਲ ਇਹ PSUs ਵੇਚੀ ਜਾਂਦੇ ਨੇ। ਇਹ BSNL ਦੀਆਂ ਧੱਜੀਆਂ ਕੱਢਤੀਆਂ ਇਹਨਾਂ ਨੇ, BPCL ਦੀਆਂ ਧੱਜੀਆਂ। ਜੀਰੇ ਵਾਲੀ ਫੈਕਟਰੀ ਕਿਹਨੇ ਬੰਦ ਕੀਤੀ ਆ? 2,500 ਬੰਦਾ ਬੇਰੁਜ਼ਗਾਰ ਕਰਤਾ ਤੁਸੀਂ, ਬਿਨਾਂ ਨੋਟੀਫਿਕੇਸ਼ਨ ਕੀਤੇ। ਅੱਜ ਤੱਕ ਨਹੀਂ ਕੀਤੀ ਨੋਟੀਫਿਕੇਸ਼ਨ, ਇਹ ਫੈਕਟਰੀ ਬੰਦ ਕੀਤੀ ਆ। ਲੱਦੜ ਸਾਹਿਬ ਦਾ ਜਵਾਬ ਦਿਓ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਦਾ। ਤੁਸੀਂ ਕਿਵੇਂ ਦੇਸ਼ ਵੇਚੀ ਜਾਂਦੇ? ਜੇ ਕੋਈ ਫੈਕਟਰੀ ਨਾ ਕੰਮ ਕਰੇ ਤਾਂ ਉਹਨੂੰ ਬੰਦ ਕਰਨਾ ਕੀ ਮਾੜਾ? ਦਰਸ਼ਕਾਂ ਨੂੰ ਦੱਸੋ ਕਿਵੇਂ ਤੁਸੀਂ ਦੇਸ਼ ਨੂੰ ਵੇਚ ਰਹੇ ਹੋ। ਦਰਸ਼ਕਾਂ ਨੂੰ ਦੱਸੋ ਕਿਵੇਂ ਤੁਸੀਂ ਸੈਂਟਰ ਦੇ ਪੈਸੇ ਮਿਸਮੈਨੇਜ ਕਰ ਰਹੇ ਹੋ। ਦਰਸ਼ਕਾਂ ਨੂੰ ਦੱਸੋ ਕਿਵੇਂ ਹਰ ਸਾਲ ਹਿੰਦੁਸਤਾਨ ਦੇ ਉੱਤੇ ਕਰਜ਼ਾ ਚਾੜੀ ਜਾਂਦੇ ਹੋ। ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਕਰੰਸੀ ਦੀ ਵੈਲਿਊ ਜਿਹੜੀ ਦਿਨ ਪ੍ਰਤੀ ਦਿਨ ਡਿੱਗੀ ਜਾ ਰਹੀ ਹੈ। ਦਰਸ਼ਕਾਂ ਨੂੰ ਦੱਸੋ ਸਾਡਾ ਐਕਸਪੋਰਟ ਕਿਵੇਂ ਘਟ ਗਿਆ। ਦਰਸ਼ਕਾਂ ਨੂੰ ਦੱਸੋ ਅਨਇੰਪਲੋਇਮੈਂਟ ਹਿੰਦੁਸਤਾਨ ਦੇ ਵਿੱਚ ਕਿਵੇਂ ਵਧੀ ਜਾਂਦੀ ਹੈ ਦਿਨ ਪ੍ਰਤੀ ਦਿਨ। ਦਰਸ਼ਕਾਂ ਨੂੰ ਦੱਸੋ ਇਨਵੈਸਟਮੈਂਟ ਕਿਉਂ ਨਹੀਂ ਆ ਰਹੀ ਹਿੰਦੁਸਤਾਨ ਦੇ ਵਿੱਚ। ਜਵਾਬ ਦਿਓ ਇਹਨਾਂ ਚੀਜ਼ਾਂ ਦੇ। ਮੈਂ 4-5 ਮੇਰਾ ਜਵਾਬ ਦਿਓ ਜੀ। ਸਾਰੀਆਂ ਗੱਲਾਂ ਦਾ ਜਵਾਬ ਦੇ ਸਕਦਾ, ਪਰ ਤੁਸੀਂ ਇਹ ਡਿਸਾਈਡ ਕਰ ਲਓ ਨਵਜੋਤ ਜੀ ਕਿ ਇਸ਼ੂ ਪੰਜਾਬ ਦਾ ਲੈਣਾ ਕਿ ਇੰਡੀਆ ਦਾ ਲੈਣਾ। ਜੇ ਇੰਡੀਆ ਦਾ ਲੈਣਾ ਤਾਂ ਮੈਂ ਕੱਲੀ ਗੱਲ ਦਾ ਜਵਾਬ ਦੇ ਸਕਦਾ। ਜੇ ਆਪਣਾ ਆਫ ਦੀ ਟਰੈਕ ਜਾਣਾ, ਮੈਂ ਤਾਂ ਖੜਿਆਲ ਸਾਹਿਬ ਦਾ ਜਵਾਬ ਲੈ ਲੈਣਾ। ਪਰ ਇਹ ਕਹਿੰਦਾ ਹੋਇਆ ਖੜਿਆਲ ਸਾਹਿਬ, ਜਿਹੜੇ ਸਾਬਕਾ ਕਾਂਗਰਸੀ ਨਵੇਂ ਭਾਜਪਾਈ ਬਣੇ ਆ, ਉਹਨਾਂ ਤੋਂ ਕੋਈ 2-4 ਯੋਗਤਾ ਲੈ ਕੇ ਦੱਸ ਦਿਓ। ਦੇਖੋ ਗੱਲ ਇਸ ਤਰ੍ਹਾਂ ਹੈ, ਇਹ ਤਾਂ ਹੁਣ ਭਗਵੰਤ ਮਾਨ ਸਾਹਿਬ ਨੂੰ ਤਾਂ ਕਹਿਣਾ ਪਿਆ ਨਾ ਕਿਉਂਕਿ ਆਮ ਆਦਮੀ ਪਾਰਟੀ ਦੀ ਆਵਾਜ਼ ਪਹੁੰਚਦੀ ਨਹੀਂ। ਤੁਹਾਨੂੰ ਮੈਂ ਆਲਰੇਡੀ ਤਰਕ ਦੇ ਚੁੱਕਿਆ ਵੀ ਕਿਉਂ ਕਹਿਣਾ ਪਿਆ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਨਾ ਮੈਨੂੰ ਮਤਲਬ ਕਿ ਤੁਸੀਂ ਟਾਈਮ ਵੀ ਦਿੱਤਾ ਵੀ ਜਵਾਬ ਦੇ ਦਿਓ, ਇਹ ਗੱਲਾਂ ਹੋਰ ਹੀ ਪਾਸੇ ਲੈ ਗਏ। ਜਵਾਬ ਕਿਉਂਕਿ ਸੀਗੇ ਨਹੀਂ। ਪਹਿਲਾ ਸਵਾਲ ਕਿ ਆਮ ਆਦਮੀ ਪਾਰਟੀ ਨਹੀਂ ਮੈਨੇਜ ਕਰ ਸਕਦੀ। ਤੁਸੀਂ ਖਰਚੇ ਕਿੰਨੇ ਕੀਤੇ ਆ? PR ਦਾ ਖਰਚਾ, ਹੋਰ ਜਿਹੜੇ ਮੈਂ ਪਹਿਲਾਂ ਖਰਚੇ ਗਿਣਾਏ, ਐਡ ਦਾ, ਬ੍ਰਾਂਡਿੰਗ ਦਾ, ਮਾਰਕੀਟਿੰਗ ਦਾ, ਹੋਰ ਚੀਜ਼ਾਂ ਦਾ, ਤੁਸੀਂ ਇੱਦਾਂ ਯੂਟਿਲਾਈਜ਼ ਕਰ ਦਿਓ ਫੰਡਾਂ ਨੂੰ। ਫੰਡ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਸਿਰਫ ਆਮ ਆਦਮੀ ਪਾਰਟੀ ਦਾ ਭਲਾ ਨਾ ਸੋਚਿਆ ਕਰੋ। ਆਪ ਕੁਛ ਆਪਦਾ ਮਤਲਬ ਆਪਦੇ ਆਪ ਨੂੰ ਥੋੜਾ ਜਿਹਾ ਐਕਸਕਿਊਜ਼ ਕਰੇ, ਦੂਜਿਆਂ ਨੂੰ ਟਾਈਮ ਦੇਵੇ, ਦੂਜਿਆਂ ਨੂੰ ਪ੍ਰਾਇੋਰਿਟੀ ਬਣਾਵੇ। ਦੂਜੀ ਗੱਲ ਇਹ, ਮੈਨੀਫੈਸਟੋ ਦੇ ਵਿੱਚ ਨਾ ਆਮ ਆਦਮੀ ਪਾਰਟੀ ਅਗਲੀ ਲਿਖ ਦੇ ਕਿ ਅਸੀਂ ਇੱਕ ਤਾਂ ਟਵਿੱਟਰ ਤੇ ਤੁਹਾਨੂੰ ਸਾਰੀ ਖਬਰ ਦਿਆ ਕਰਾਂਗੇ ਜੀ,
ਸਾਰੀ ਖਬਰਾਂ ਟਵਿੱਟਰ ਤੇ ਦਿਆ ਕਰਾਂਗੇ ਤੇ ਤੁਹਾਨੂੰ ਅਸੀਂ ਦੁਵਿਧਾ ਕੀ ਹੈ, ਪ੍ਰੋਬਲਮ ਕੀ ਹੈ ਉਹ ਤਾਂ ਦੱਸ ਦਾਂਗੇ, ਸੋਲੂਸ਼ਨ ਸਾਨੂੰ ਤੁਸੀਂ ਦੱਸ ਦਿਆ ਕਰਿਓ। ਜੋ ਆਮ ਆਦਮੀ ਪਾਰਟੀ 14 ਮਹੀਨੇ ਤੋਂ ਕਰਦੀ ਆਈ ਹੈ, ਕਿਉਂਕਿ ਸੋਲੂਸ਼ਨ ਇਹਨਾਂ ਕੋਲੇ ਤਾਂ ਆਫਰ ਕਰਨ ਨੂੰ ਹੈ ਨਹੀਂ, ਨਾ ਐਕਸਪੀਰੀਅੰਸ ਹੈ, ਨਾ ਇਹਨਾਂ ਕੋਲ ਮੈਚੁਰਿਟੀ ਹੈ, ਨਾ ਇਹਨਾਂ ਕੋਲੇ ਕੰਪੀਟੈਂਸ ਹੈ, ਤਾਂ ਹਰੇਕ ਵਾਰੀ ਦੂਜਿਆਂ ਨੂੰ ਪ੍ਰੋਬਲਮ ਦੱਸ ਦਿੰਦੇ ਵੀ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਸਟੇਟ ਦੀ, ਜਿਆਦਾ ਸਰਕਾਰੀ ਛੱਡ ਦੋ। 92 ਸੀਟਾਂ ਹੋਣ ਦੇ ਬਾਵਜੂਦ ਤੁਸੀਂ ਸਿਰ ਪ੍ਰੋਬਲਮ ਦੱਸਦੇ ਹੋ ਤੇ ਮਹੀਨਾ ਹੋ ਗਿਆ, ਧਾਲੀਵਾਲ ਸਾਹਿਬ ਮਹੀਨੇ ਤੋਂ ਜ਼ਿਆਦਾ ਹੋ ਗਿਆ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਕੰਸੀਡਰ ਕਰ ਰਹੇ ਹਾਂ ਕੋਰਟ ਜਾਣਾ ਬੀਜੇਪੀ ਦੀ ਸਰਕਾਰ ਦੇ ਖਿਲਾਫ ਆਰਡੀਐਫ ਫੰਡਸ ਲੈਣ ਲਈ, ਮਹੀਨਾ ਮੈਨੂੰ ਇਹ ਦੱਸ ਦਿਓ ਕਿ ਕਿਹੜੀ ਐਸੀ ਪਟੀਸ਼ਨ ਸੀਗੀ ਜਿਹੜੀ ਤੁਸੀਂ ਦਾਇਰ ਹੀ ਨਹੀਂ ਕਰ ਸਕੇ। ਵੀ ਮਹੀਨਾ ਹੋ ਗਿਆ ਤੇ ਹਜੇ ਸੋਚੀ ਜਾਂਦੇ ਹੋ, ਜ਼ਿਆਦਾ ਕਿਆ ਨਾ ਕਰੋ, ਤੇ ਜੇ ਕਹਿੰਦੇ ਹੋ ਤੇ ਉਹ ਤੋਂ ਬਾਅਦ ਯੂ ਟਰਨ ਨਾ ਮਾਰਿਆ ਕਰੋ ਜਿਵੇਂ ਆਈ ਵਾਰੀ ਤੁਸੀਂ ਮਾਰਦੇ ਹੋ। ਤੁਹਾਡੇ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡ ਬਹੁਤ ਕਲੀਅਰਲੀ ਝਲਕਦੇ ਆ। ਤੀਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਕੋਈ ਗੱਲ ਦਾ ਜਵਾਬ ਨਹੀਂ ਦੇ ਸਕੀ ਕਿ ਕਿਉਂ ਆਮ ਆਦਮੀ ਪਾਰਟੀ ਆਪਣਾ ਇਹ ਮੈਨੇਜ ਨਹੀਂ ਕਰ ਪਾ ਰਹੀ ਹੈ, ਕਿਉਂ ਨੈਗੋਸ਼ੀਏਟ ਨਹੀਂ ਕਰ ਪਾ ਰਹੀ। ਤੁਸੀਂ ਕੋਸ਼ਿਸ਼ ਤਾਂ ਕਰੋ, ਤੁਸੀਂ ਪ੍ਰੈਸ਼ਰ ਤਾਂ ਮਾਊਂਟ ਕਰੋ। ਪ੍ਰੈਸ਼ਰ ਤੁਸੀਂ ਮਾਊਂਟ ਕਰ ਨਹੀਂ ਸਕਦੇ, ਮੈਂ ਆਲਰੇਡੀ ਦੱਸਿਆ, ਨੈਗੋਸ਼ੀਏਟ ਕਰ ਨਹੀਂ ਪਾ ਰਹੇ ਕਿਉਂਕਿ ਐਰੋਗੈਂਸ ਬਹੁਤ ਜ਼ਿਆਦਾ ਹੈ। ਇਹਨਾਂ ਨੇ ਇੱਕ ਗੱਲ ਕਹੀ ਸੀ ਬਹੁਤ ਵਧੀਆ, ਨੀਅਤ ਹੈ ਤਾਂ ਸਭ ਕੁਝ ਸੰਭਵ ਹੈ, ਨੀਅਤ ਨਹੀਂ ਤਾਂ ਕੁਝ ਵੀ ਸੰਭਵ ਨਹੀਂ ਹੈ। ਬੀਜੇਪੀ ਸਰਕਾਰ ਦੀ ਨੀਅਤ ਪੈਸੇ ਦੇਣ ਦੀ ਨਹੀਂ, ਆਮ ਆਦਮੀ ਪਾਰਟੀ ਦੀ ਸਰਕਾਰ ਨੀਅਤ ਪੈਸੇ ਲੈਣ ਲਈ ਲੜਨ ਦੀ ਨਹੀਂ ਹੈਗੀ, ਪੰਜਾਬ ਲਈ ਲੜਨ ਦੀ ਨਹੀਂ ਹੈਗੀ, ਪੰਜਾਬ ਦੇ ਮੂਹਰੇ ਖੜਨ ਦੀ ਨਹੀਂ ਹੈਗੀ। ਤਾਂ ਕਰਕੇ ਅੱਜ ਪੰਜਾਬ ਨੂੰ ਸਫਰ ਕਰਨਾ ਪੈ ਰਿਹਾ ਹੈ। ਇਹ ਸਟੇਟ ਦੀ ਸਰਕਾਰ ਦਾ ਤੇ ਸੈਂਟਰ ਦੀ ਸਰਕਾਰ ਦਾ ਦੋਵਾਂ ਦਾ ਫੇਲਿਅਰ ਹੈ। ਉਹ ਦੇਣਾ ਨਹੀਂ ਚਾਹੁੰਦੇ, ਲੈਣਾ ਨਹੀਂ ਚਾਹੁੰਦੇ, ਮਤਲਬ ਇੰਨੀ ਅਨਫੋਰਚੂਨੇਟ ਗੱਲ ਹੈ। ਤੇ ਤਾਂ ਕਰਕੇ ਆਪਣਾ ਸੰਗਰੂਰ ਚ ਵੀ ਦੋਵੇਂ ਹਾਰੇ ਤੇ ਹੁਣ ਜਲੰਧਰ ਚ ਵੀ ਦੋਵੇਂ ਹਾਰਨਗੇ ਤੇ ਕਰਨਾਟਕਾ ਚ ਵੀ ਹਾਰਨਗੇ। ਤੀਜਾ ਜੋ ਬੀਜੇਪੀ ਹੁਣ ਮੈਂ ਲੱਧੜ ਸਾਹਿਬ ਦੀ ਗੱਲਾਂ ਦਾ ਜਵਾਬ ਦਿੰਦਾ ਹੈ। ਇਹਨਾਂ ਨੇ ਇਲਜ਼ਾਮ ਲਾ ਲਏ, ਕਹਿੰਦੇ ਸਰਕਾਰ ਨੇ ਐ ਕੀਤਾ ਉਹ ਕੀਤਾ। ਮੈਂ ਜਵਾਬ ਦਿੱਤਾ ਵੀ ਇਨਕੁਆਇਰੀ ਤਾਂ ਤੁਸੀਂ ਕੋਈ ਆਰਡਰ ਕੀਤੀ ਨਹੀਂ, ਸੋ ਇਲਜ਼ਾਮ ਵਾਪਸ ਲੈ ਲਓ। ਦੂਜਾ ਕੈਪਟਨ ਸਾਹਿਬ ਦੀ ਗੱਲ ਕੀਤੀ, ਕੈਪਟਨ ਸਾਹਿਬ ਦੀ ਜੇ ਤੁਸੀਂ ਗੱਲ ਕੀਤੀ ਫਿਰ ਕੈਪਟਨ ਸਾਹਿਬ ਤੇ ਐਕਸ਼ਨ ਕਿਉਂ ਨਹੀਂ ਇਨੀਸ਼ੀਏਟ ਕੀਤਾ ਬਈ 4.5 ਸਾਲ? ਤੇ ਜੇ ਨਹੀਂ ਵੀ ਕੀਤਾ ਤੁਸੀਂ ਉਹ ਇਲਜ਼ਾਮ ਉਹਨਾਂ ਤੇ ਲਾ ਕੇ ਤੇ ਆਪਣੀ ਪਾਰਟੀ ਦੇ ਵਿੱਚ ਇੰਡਕਟ ਕਰ ਰਹੇ ਹੋ ਉਹਨਾਂ ਨੂੰ। ਇਹ ਤੋਂ ਵੱਡੇ ਡਬਲ ਸਟੈਂਡਰਡ ਬੀਜੇਪੀ ਦੇ ਹੋਰ ਕੀ ਐਕਸਪੋਜ਼ ਹੋ ਸਕਦੇ ਆ। ਤੀਜਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਗੱਲ ਕਹੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਨਹੀਂ ਦੇ ਪਾ ਰਹੀ ਵੀ ਪੈਸੇ ਦੀ ਯੂਟਿਲਾਈਜੇਸ਼ਨ ਕਿੱਥੇ ਹੋ ਰਹੀ ਹੈ। ਸੋ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ। ਮੈਨੂੰ ਇੱਥੇ ਗਗਨ ਜੀ ਦੱਸ ਦੇਣ ਵੀ ਕਿਹੜੇ ਸਵਾਲਾਂ ਤੇ ਕਿਹੜੇ ਜਵਾਬ ਦਿੱਤੇ ਜੋ ਬੀਜੇਪੀ ਨੇ ਇਹਨਾਂ ਨੂੰ ਪੁੱਛੇ ਸੀਗੇ ਵੀ ਕਿੱਥੇ ਫੰਡਸ ਮੈਨੇਜ ਹੋ ਰਹੇ। ਇੱਕ ਜਵਾਬ ਦੇ ਦੇਣ, ਇੱਕ ਚਿੱਠੀ ਦਿਖਾ ਦੇਣ, ਕੋਈ ਐਵੀਡੈਂਸ ਦਿਖਾ ਦੇਣ, ਆਈ ਵਿਲ ਟੇਕ ਮਾਈ ਵਰਡਸ ਬੈਕ। ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸਵਾਲ ਖੜਿਆਲ ਸਾਹਿਬ ਇਕੱਠੇ ਹੋ ਗਏ ਯਾਦ ਇੱਕ ਸੈਕਿੰਡ ਬੜਾ ਜ਼ਰੂਰੀ ਪੁਆਇੰਟ ਹੈ। ਬੀਜੇਪੀ ਨੂੰ ਮੈਂ ਇੱਕ ਸਲਾਹ ਦਿੰਦਾ ਕਿ ਅਦਰਵਾਈਜ਼ ਤਾਂ ਤੁਸੀਂ ਈਡੀ ਦਾ, ਆਈਟੀ ਦਾ, ਸੀਬੀਆਈ ਦਾ, ਸੈਬੀ ਦਾ ਬੜਾ ਉਪਯੋਗ ਕਰਦੇ ਹੋ, ਟੈਗ ਦਾ ਉਪਯੋਗ ਕਰਦੇ ਹੋ ਤੁਸੀਂ, ਮਤਲਬ ਕਿ ਹੁਣ ਕਿਉਂ ਨਹੀਂ ਇਨਕੁਆਇਰੀ ਆਰਡਰ ਕਰ ਰਹੇ? ਜੇ ਤੁਹਾਨੂੰ ਲੱਗ ਰਿਹਾ ਵੀ ਮਿਸਮੈਨੇਜਮੈਂਟ ਕਰ ਰਹੀ ਆਮ ਆਦਮੀ ਪਾਰਟੀ, ਕਰਾਓ ਇਨਕੁਆਇਰੀ ਆਰਡਰ, ਟੈਗ ਨੂੰ ਕਹੋ ਵੀ ਆਰਡਰ ਕਰੇ ਇਨਕੁਆਇਰੀ ਤੇ ਫੜ ਕੇ ਅੰਦਰ 2 ਬੰਦੇ ਜਿਹਦੇ ਕਰਕੇ ਪੰਜਾਬ ਸਫਰ ਕਰ ਰਿਹਾ ਹੈ। ਲੇਕਿਨ ਐਸਾ ਕੁਝ ਹੋ ਨਹੀਂ ਰਿਹਾ। ਤੇ ਗਗਨ ਜੀ ਨੇ 2-3 ਗੱਲਾਂ ਹੋਰ ਕੀ ਆ, ਕਹਿੰਦੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਵਿਮਨ ਰਾਈਟਸ ਬਾਰੇ ਨਹੀਂ ਸੋਚਦੀ। ਤੁਸੀਂ 1000 ਦਿੱਤਾ ਮਹਿਲਾਵਾਂ ਨੂੰ, ਫਿਰ ਇਹਨਾਂ ਨੇ ਗੱਲ ਕੀਤੀ ਸਿੱਖਿਆ ਬਾਰੇ, ਸਿੱਖਿਆ ਨੂੰ ਖਤਮ ਕਰ ਰਹੇ ਹੈ। ਤੁਹਾਡੀ ਪਹਿਲੀ ਸਰਕਾਰ ਹੈ ਜੀ ਇਤਿਹਾਸ ਦੇ ਵਿੱਚ, ਇਤਿਹਾਸ ਕਹਿ ਰਹੇ ਸੀ ਨਾ, ਜਿਹਨੇ ਪੰਜਾਬ ਨੂੰ, ਪੰਜਾਬ ਦੇ ਸਕੂਲਾਂ ਨੂੰ ਜਿਹੜੀ ਰਿਪੋਰਟ ਨੰਬਰ 1 ਤੇ ਦਿਖਾ ਰਹੀ ਸੀ, ਰੈਂਕ 1 ਤੇ, ਤੁਸੀਂ ਉਹ ਰਿਪੋਰਟ ਨਹੀਂ ਖਾਰਜ ਕਰਤਾ। ਐਸੀ ਵੀ ਕੋਈ ਸਰਕਾਰ ਹੋ ਜੋ ਆਪਦੇ ਗਗਨਦੀਪ ਜੀ ਗੱਲਾਂ ਸਾਰੀਆਂ ਯਾਦ ਨੇ, ਭੁੱਲ ਤਾਂ ਨਹੀਂ ਜਾਓਗੇ ਗਗਨਦੀਪ ਜੀ? ਮੈਂ ਕਿਹਾ ਗੱਲਾਂ ਭੁੱਲ ਤਾਂ ਨਹੀਂ ਜਾਓਗੇ? ਮੈਂ ਖੜਿਆਲ ਸਾਹਿਬ ਨੂੰ ਰੋਕ ਲੈਣਾ, ਸਵਾਲ ਕਾਫੀ ਪੁੱਛ ਲਏ, ਜਾਣ ਨਹੀਂ ਦੇਣਾ ਅੱਜ ਫਿਰ। ਨਹੀਂ ਬਿਲਕੁਲ ਜਵਾਬ ਦਿੰਨੇ ਜੀ ਇੱਕ ਗੱਲ ਦਾ। ਜੀ ਮੈਂ ਬੋਲਾਂ ਨਹੀਂ, ਗਗਨਦੀਪ ਜੀ ਦੇ ਜਵਾਬ ਜੀ। ਗਗਨਦੀਪ ਜੀ, ਨਵਜੋਤ ਜੀ, ਸਭ ਤੋਂ ਪਹਿਲੀ ਗੱਲ, ਆਮ ਆਦਮੀ ਪਾਰਟੀ ਹੀ ਇੱਕ ਪੂਰੇ ਹਿੰਦੁਸਤਾਨ 'ਚ ਐਸੀ ਪਾਰਟੀ ਹੈ ਜਿਹੜੀ ਜਨਤਾ ਨੂੰ ਬੇਸਿਕਲੀ ਕੀ ਮੰਨਦੀ ਹੈਗੀ ਹੈ, ਸਿਟੀਜ਼ਨ ਮੰਨਦੀ ਹੈ। ਤੇ ਸਿਟੀਜ਼ਨ ਮੰਨਦੇ ਹੋਏ ਅਸੀਂ ਵੈਲਫੇਅਰਿਜ਼ਮ ਜਿਹੜਾ ਹੈਗਾ ਇੰਸਟੀਟਿਊਸ਼ਨਲਾਈਜ਼ ਕੀਤਾ ਹੈ ਜਨਤਾ ਦੇ, ਕਿਉਂਕਿ ਅਸੀਂ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ। ਤੁਸੀਂ ਦੇਖੋ 85% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਪੰਜਾਬ ਦੇ ਵਿੱਚ ਫ੍ਰੀ ਆ ਰਹੇ ਨੇ। ਦੂਜੀ ਗੱਲ, ਅਸੀਂ ਪ੍ਰੋਮਿਸ ਕਰਕੇ ਆਏ ਸੀਗੇ ਕਿ ਅਸੀਂ ਜੌਬਸ ਦੇਣੀਆਂ ਨੇ, 27-28 ਹਜ਼ਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਗਈ ਹੈ। ਤੀਜੀ, ਅਸੀਂ ਪ੍ਰੋਮਿਸ ਕੀਤਾ ਸੀਗਾ ਕਿ ਪੰਜਾਬ ਦੇ ਕਾਫਰਸ ਨੇ ਜਿਹੜੇ ਬੈਟਰ ਹੋਣਗੇ। 101% ਕਾਫਰਸ ਬੈਟਰ ਹੋਏ ਨੇ ਬਿਕੋਜ਼ ਆਫ, ਤੁਸੀਂ ਦੇਖੋ ਕਿ ਜਿਹੜੀ ਇਨਵੈਸਟਮੈਂਟ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ। ਐਂਡ ਅੱਜ ਦੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ, ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਬਿਲਕੁਲ ਵੀ ਕੰਮ ਨਹੀਂ ਕੀਤਾ ਪੁਰਾਣੀਆਂ ਸਰਕਾਰਾਂ ਨੇ। ਕਾਂਗਰਸ ਦੀ ਨਲਾਇਕੀ ਰਹੀ ਹੈ, ਬਿਲਕੁਲ ਹਾਈਲੀ ਇਨਕੰਪੀਟੈਂਟ ਗਵਰਨਮੈਂਟ ਰਹੀ ਹੈ ਕਾਂਗਰਸ ਦੀ। ਤੇ ਇਹ ਹਮੇ ਜਾ ਕੇ ਮੁੱਦਾ ਟੈਕਲ ਨਹੀਂ ਕਰਕੇ, ਕਿਉਂਕਿ ਇਹ ਮੁੱਦਾ ਅੱਜ ਦਾ ਨਹੀਂ ਹੈ। ਦਰਸ਼ਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹ ਮੁੱਦਾ 10-15 ਸਾਲ ਦਾ ਪੈਂਡਿੰਗ ਹੈ ਕਿ ਆਰਡੀਐਫ ਦਾ ਪੈਸਾ ਜਦੋਂ ਵੀ ਰੂਰਲ ਡਿਵੈਲਪਮੈਂਟ ਦੇ ਉੱਤੇ ਖਰਚਿਆ ਜਾਂਦਾ ਹੈ ਤੇ ਕੇਂਦਰ ਉਸ ਪੈਸੇ ਨੂੰ ਰੋਕ ਲੈਂਦਾ ਹੈ। ਨਾ ਤਾਂ ਬਾਦਲ ਸਾਹਿਬ ਇਹਨੂੰ ਸੋਲਵ ਕਰਵਾ ਪਾਏ, ਨਾ ਹੀ ਇਹਨੂੰ ਅਮਰਿੰਦਰ ਸਿੰਘ ਜੀ ਸੋਲਵ ਕਰਵਾ ਪਾਏ। ਐਕਚੁਅਲੀ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ
ਪੰਜਾਬ ਦੇ ਨਾਲ ਜਿੰਨਾ ਵੱਡਾ ਵਿਤਕਰਾ ਇਹਨਾਂ ਨੇ ਕੀਤਾ, ਕਿਸੇ ਨੇ ਨਹੀਂ ਕੀਤਾ। ਅਮਰਿੰਦਰ ਸਿੰਘ ਜੀ ਐਸਵਾਈਐਲ ਦੀ ਕਈ ਲੈ ਕੇ ਚਾਂਦੀ ਦੀ ਕਈ ਲੈ ਕੇ ਪੁੱਟਣ ਗਏ ਸੀਗੇ ਐਸਵਾਈਐਲ ਨੂੰ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਚੰਡੀਗੜ੍ਹ ਦਾ ਮਸਲਾ ਨਹੀਂ ਸੁਲਝਾਇਆ, ਪੰਜਾਬ ਯੂਨੀਵਰਸਿਟੀ ਦਾ ਇਹਨਾਂ ਨੇ ਮਸਲਾ ਨਹੀਂ ਸੁਲਝਾਇਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਜੀਐਸਟੀ ਆਇਆ, ਸਟੇਟਾਂ ਨੂੰ ਘਾਟੇ ਪਏ, ਉਦੋਂ ਇਹਨਾਂ ਨੇ ਪੰਜਾਬ ਦਾ ਕੋਈ ਵੀ ਜਿਹੜਾ ਸੀਗਾ ਰਾਈਟ ਸੀਗਾ ਉਹ ਉੱਤੇ ਨਹੀਂ ਰੱਖਿਆ। ਗਗਨਦੀਪ ਜੀ, ਖੜਿਆਲ ਸਾਹਿਬ ਬਾਰ-ਬਾਰ ਪੇਪਰ ਲੈ ਕੇ ਉੱਪਰ ਆ ਰਹੇ ਆ ਵੀ ਆਰਡੀਐਫ ਉੱਤੇ ਲਿਖਿਆ ਹੈ ਵੀ ਆਰਡੀਐਫ ਦੀ ਗੱਲ ਕਰੋ, ਵੀ ਮੁੱਦੇ ਨੂੰ ਡੀਰੇਲ ਨਾ ਕਰੋ। ਅਬਦੁੱਲ ਜੀ ਇਹ ਕਹਿ ਰਹੇ ਨੇ ਕਿ ਗੱਲ ਕਰੋ ਤੁਸੀਂ ਸੈਂਟਰ ਦੇ ਨਾਲ। ਹੁਣ ਗੱਲ ਟਵਿੱਟਰ ਦੇ ਥਰੂ ਵੀ ਕਰ ਲਈ, ਗੱਲ ਮਿਲ ਕੇ ਵੀ ਕਰ ਲਈ, ਸਾਰੇ ਹਰ ਤਰੀਕੇ ਦੇ ਨਾਲ ਗੱਲ ਕਰ ਲਈ। ਕੋਈ ਨਵਾਂ ਤਰੀਕਾ ਇਹ ਦੱਸ ਦੇਣ ਕਿ ਕਿਸ ਤਰੀਕੇ ਨਾਲ ਮੈਂ ਗੱਲ ਤਾਂ ਹੀ ਤਾਂ ਕਰਨੀ ਕਿਹਾ ਹੈ। ਸੀ, ਉਹ ਮੈਂ ਤਾਂ ਹੀ ਤਾਂ ਕਿਹਾ ਸੀ ਭਾਈ ਤੁਸੀਂ ਜੁਗਤ ਦੇ ਦਿਓ, ਪਰ ਮੈਂ ਲੱਦੜ ਸਾਹਿਬ ਨੂੰ ਪੁੱਛਣਾ, ਲੱਦੜ ਸਾਹਿਬ ਕੋਰਟ ਕਿਹਾ ਸੀ ਇਹਨਾਂ ਨੇ 50 ਸਾਲਾਂ ਚ ਇਹਨਾਂ ਕੋਲ ਕੁਝ ਅਮਰਿੰਦਰ ਸਿੰਘ ਜੀ ਲੜਦੇ ਰਹੇ ਨੇ। ਚਲੋ ਮੈਂ ਲੱਦੜ ਸਾਹਿਬ ਕੋਲੇ ਜਾਣਾ, ਪਰ ਗਗਨ ਜੀ ਗੱਲ ਦਾ ਜਵਾਬ ਦੇ ਦਿਓ। ਜਿਹੜਾ ਹਾਂ ਅਦਾਲਤ ਕਿਹਾ ਸੀ ਕੋਰਟ ਜਾਣ ਦਾ ਕਹੋਗੇ, ਵਕੀਲਾਂ ਦੇ 4 ਪੈਸੇ ਵਟਾ ਦਿਓ, ਹੁਣ ਉਧਰ ਨੂੰ ਤੁਰਪੋ। ਨਹੀਂ ਨਵਜੋਤ ਜੀ, ਉਸ ਮਸਲੇ ਨੂੰ ਟੇਕ ਅਪ ਕੀਤਾ ਜਾਏਗਾ। ਪਹਿਲਾਂ ਹੁਣ ਦੁਬਾਰਾ ਫਿਰ ਨੈਗੋਸੀਏਸ਼ਨ ਸ਼ੁਰੂ ਹੋ ਗਈਆਂ ਨੇ, ਉਸ ਤੋਂ ਬਾਅਦ ਨਹੀਂ ਕੁਝ ਬਣੇਗਾ ਆਬਵੀਅਸਲੀ ਕੋਰਟ ਦਾ ਦਰਵਾਜ਼ਾ ਖਟਖਟਾਇਆ ਜਾਏਗਾ। ਐਂਡ ਕੋਰਟਸ ਨੇ ਕੱਲ ਤੁਸੀਂ ਦੇਖੋ ਬੀਜੇਪੀ ਦੇ ਅਗੇਂਸਟ ਸੁਪਰੀਮ ਕੋਰਟ ਦੇ ਡਿਸੀਜਨ ਆਏ ਨੇ, ਠੀਕ ਹੈ ਨਾ। ਤੁਸੀਂ ਦਿੱਲੀ ਦੇ ਵਿੱਚ ਦੇਖ ਲਓ, ਦਿੱਲੀ ਦੇ ਵਿੱਚ ਕਿੰਨੀ ਵੱਡੀ ਫਟਕਾਰ ਪਈ ਹੈ, ਇਹਨਾਂ ਨੂੰ ਚਪੇੜ ਪਈ ਹੈ ਮੈਂ ਕਹੂੰਗਾ, ਠੀਕ ਹੈ ਨਾ। ਉਹਨਾਂ ਨੂੰ ਸਿਖਾਇਆ ਗਿਆ ਕਿ ਕਿਵੇਂ ਮਿਸਯੂਜ਼ ਕਰ ਰਹੇ ਆ ਇਹ ਪਾਵਰਾਂ ਦਾ, ਆਪਦੀਆਂ ਦਾ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖ ਲਓ, ਡਰ ਨਹੀਂ ਲੱਗਦਾ ਕੋਰਟ ਬਾਰ-ਬਾਰ ਫਟਕਾਰਾਂ ਲਾ ਰਹੀ ਹੈ, ਚਪੇੜਾਂ ਲਾ ਰਹੀ ਹੈ, ਹੁਣ ਤਾਂ ਕੁਝ ਡਰ ਜਾਓ, ਹੁਣ ਕਿਉਂ ਇੰਨੀਆਂ ਮਿਹਨਤਾਂ ਕਰਾ ਰਹੇ ਹੋ? ਨਵਜੋਤ ਜੀ ਬੀਜੇਪੀ ਨੂੰ ਇਹਨੂੰ ਸੁਧਰਨਾ ਚਾਹੀਦਾ। ਇਹ ਪਾਰਟੀ ਸੁਧਰ ਨਹੀਂ ਸਕਦੀ। ਐਕਚੁਅਲੀ ਇਹਨਾਂ ਦਾ ਸਿਸਟਮ ਪਤਾ ਕੀ ਹੈ, ਇਹਨੂੰ ਹਿੰਦੁਸਤਾਨ ਦਾ ਸੰਵਿਧਾਨ ਹੀ ਪਸੰਦ ਨਹੀਂ ਹੈ। ਹਰ ਚੀਜ਼ ਚੇਂਜ ਕਰਨਾ ਚਾਹੁੰਦੇ ਆ ਇਹ। 1 ਸਟੇਟ 1 ਨੇਸ਼ਨ 1 ਇਲੈਕਸ਼ਨ 1 ਨੇਸ਼ਨ 1 ਟੈਕਸ, ਕੋਈ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਹੈ। ਡੀਮੋਨੇਟਾਈਜੇਸ਼ਨ ਕਰਤੀ, ਹੁਣ ਕੋਈ ਨਾ ਕੋਈ ਹੋਰ ਚੀਜ਼ ਡੀਮੋਨੇਟਾਈਜੇਸ਼ਨ ਆਫ ਪ੍ਰਾਪਰਟੀ ਲਿਆਉਣਗੇ, ਕੋਈ ਹੋਰ ਚੀਜ਼ ਲਿਆਉਣਗੇ। ਐਕਚੁਅਲੀ ਇਹਨਾਂ ਨੇ ਪੈਸੇ ਸਾਰੇ ਚਲੋ ਮੈਂ ਜਵਾਬ ਲੈ ਲਾਂ, ਸਮਾਂ ਕਾਫੀ ਹੋਈ ਜਾਂਦਾ, ਮੈਂ ਜਵਾਬ ਲੈ ਲਾਂ। ਲੱਦਰ ਸਾਹਿਬ ਹਾਂਜੀ ਆਪਣਾ ਦੇਖੋ ਨਵਜੋਤ ਜੀ, ਜੇ ਥੋੜਾ ਜਿਹਾ ਮਾਦਾ ਰੱਖਣ ਸੁਣਨ ਦਾ, ਇਹ ਫਿਰ ਵਿੱਚੇ ਬੋਲਣ ਲੱਗ ਪੈਂਦੇ ਹੈਗੇ ਆ। ਆਪਾਂ ਦੇਖੋ ਜਿਹੜਾ ਸੁਪਰੀਮ ਕੋਰਟ ਨੇ ਜੋ ਫੈਸਲੇ ਦਿੱਤੇ ਹੈਗੇ ਆ, ਇਹ ਜਿਹੜਾ ਵੀ ਆਪਣਾ ਸਿਸਟਮ ਬਣਾਇਆ ਸੀਗਾ, ਇਹ ਕਾਂਗਰਸ ਨੇ ਬਣਾਇਆ ਸੀਗਾ, ਬੀਜੇਪੀ ਨੇ ਨਹੀਂ ਬਣਾਇਆ। ਉਹਨਾਂ ਨੇ ਤੇ ਜਾਰੀ ਰੱਖਿਆ, ਔਰ ਜਦੋਂ ਵੀ ਜਿਹੜੀ ਵੀ ਉਹਨਾਂ ਨੇ ਆਪਣਾ ਜੋ ਉਹ ਡਿਸੀਜਨ ਦਿੱਤਾ ਹੈਗਾ ਉਹ ਸਿਰ ਮੱਥੇ ਹੈ। ਕੋਰਟਾਂ ਦੇ ਡਿਸੀਜਨ ਹਮੇਸ਼ਾ ਆਪਣਾ ਸਿਸਟਮ ਹੈ ਇੰਡੀਆ ਦਾ ਕਿ ਅਸੀਂ ਆਪਣਾ ਅਦਾਲਤਾਂ ਦੀ ਆਪਣਾ ਬਹੁਤ ਇੱਜ਼ਤ ਕਰਦੇ ਹਾਂ, ਔਰ ਜੋ ਫੈਸਲਾ ਦੇ ਦੇਣੀਆਂ ਹੈਗੀਆਂ ਉਹ ਚਾਹੇ ਆਪਣਾ ਤੁਹਾਨੂੰ ਯਾਦ ਹੋਣਾ ਹੈ ਕਿ ਆਪਣਾ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ ਵੀ ਇੱਕ ਕਮਿਸ਼ਨ ਬਣਾਇਆ ਸੀਗਾ, ਉਹ ਆਪਣਾ ਉਹਨਾਂ ਨੇ ਸਟ੍ਰਕ ਡਾਊਨ ਕਰਤਾ। ਲੇਕਿਨ ਆਪਣਾ ਮੋਦੀ ਜੀ ਨੇ ਉਹਨੂੰ ਕਿਹਾ ਕਿ ਠੀਕ ਹੈ, ਅਗਰ ਕੋਰਟ ਕਹਿੰਦੀ ਹੈ, ਸੁਪਰੀਮ ਕੋਰਟ ਕਹਿੰਦੀ ਹੈ ਤੇ ਅਸੀਂ ਮੰਨਾਂਗੇ। ਜਿਹੜਾ ਕੋਲੀਜੀਅਮ ਸਿਸਟਮ ਹੈ ਤੁਹਾਨੂੰ ਯਾਦ ਹੋਣਾ। ਹੁਣ ਇਹਨਾਂ ਨੇ ਜੋ ਸਿਸਟਮ ਆਪਣਾ ਆਰਡਰ ਕੀਤਾ ਹੈਗਾ, ਦੇਖੋ ਇਹਨਾਂ ਨੂੰ ਇਹ ਚਪੇੜਾਂ ਮਾਰਨੀਆਂ ਕਹਿਣਾ ਜਾਂ ਫਲਾਨਾ ਕਹਿਣਾ, ਤਾਂ ਇਹ ਤਾਂ ਆਪਣਾ ਅਨਡਿਗਨੀਫਾਈਡ ਲੈਂਗੁਏਜ ਹੈਗੀ ਆ, ਮਾਫ ਕਰਨਾ, ਇਸ ਤਰ੍ਹਾਂ ਦੀ ਭਾਸ਼ਾ ਦੀ ਜਿਹੜੀ ਹੈਗੀ। ਜੇ ਤਾਂ ਅਸੀਂ ਕੋਈ ਕਸੂਰ ਕੀਤਾ ਹੋਵੇ ਤਾਂ ਤੁਸੀਂ ਕਹੋ, ਤੇ ਲੇਕਿਨ ਜੇ ਪਹਿਲੇ ਸਿਸਟਮ ਆਉਂਦੇ ਨੂੰ ਉਹਨਾਂ ਨੇ ਕੁਝ ਬਦਲਿਆ ਤਾਂ ਇਹ ਬਦਲਣਾ ਅਸੀਂ ਵੀ ਮੰਨਦੇ ਆ, ਇਹ ਵੀ ਮੰਨਣ, ਸਾਰੇ ਮੰਨਣਗੇ। ਨੰਬਰ 1 ਨੰਬਰ 2 ਦੇ ਉੱਤੇ ਜਿਹੜੀਆਂ ਜ਼ਿਆਦਾ ਗੱਲਾਂ ਆਪਣਾ ਗਗਨਦੀਪ ਜੀ ਕਰਦੇ ਹੈਗੇ ਆ ਕਿ ਅਸੀਂ ਸਿਟੀਜ਼ਨ ਨੂੰ ਮੰਨਦੇ ਹੈਗੇ ਆ, 28,000 ਨੌਕਰੀਆਂ ਦਿੱਤੀਆਂ, ਕਾਫਰ ਭਰ ਦਿੱਤੇ ਹੈਗੇ ਆ, ਇਨਵੈਸਟਮੈਂਟ ਕਰ ਦਿੱਤੀ ਹੈ। ਭਾਈ ਤਾਂ ਫਿਰ 1000 ਕਰੋੜ ਰੁਪਏ ਨਾਲ ਚੀਕਾਂ ਕਿਉਂ ਮਾਰਦੇ ਹੋ? 22,200 ਕਰੋੜ ਰੁਪਏ ਦੀ ਤਾਂ ਤੁਸੀਂ ਸਬਸਿਡੀ ਦੇਤੀ ਹੈਗੀ ਆ ਬਿਜਲੀ ਤੇ, ਫ੍ਰੀ ਜਿਹੜੀ ਬਿਜਲੀ ਦਿੱਤੀ ਹੈ। ਤੁਹਾਡੇ ਕੋਲ ਤਾਂ ਪੈਸੇ ਹੀ ਬਹੁਤ ਹੈ, ਤੇ ਉੱਤੇ 43,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਹੋਰ ਚਾੜ ਦਿੱਤਾ। 35,000 ਕਰੋੜ ਰੁਪਈਆ ਤੁਸੀਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਮੋੜਿਆ, ਜਿਹਦੇ ਚੋਂ 20,000 ਕਰੋੜ ਰੁਪਈਆ ਪ੍ਰਿੰਸੀਪਲ ਅਮਾਉਂਟ ਸੀਗਾ, 15,000 ਕਰੋੜ ਰੁਪਈਆ ਤੁਹਾਡੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੰਟਰਸਟ ਹੈਗਾ, ਤੇ 43,000 ਕਰੋੜ ਕਿਉਂ ਲਿਆ? ਤੇ ਤੁਸੀਂ ਤਾਂ ਹੋਰ ਕਰਜ਼ਾਈ ਕਰਤਾ ਪੰਜਾਬ ਨੂੰ। ਨੰਬਰ 1 ਨੰਬਰ 2 ਦੇ ਉੱਤੇ ਜਿੱਥੇ ਸਿਟੀਜ਼ਨ ਦੀ ਗੱਲ ਕਰਦੇ ਆ, ਇਹਨਾਂ ਨੇ ਜਿੰਨਾ ਮੂਰਖ ਆਮ ਆਦਮੀ ਪਾਰਟੀ ਬਣਾਉਂਦੀ ਹੈ ਨਾ ਜੀ ਆਪਣਾ, ਖਾਸ ਕਰਕੇ ਗਰੀਬਾਂ ਨੂੰ, ਇਹ ਤਾਂ ਐਕਸਪਰਟ ਹੈ। ਇੱਕ ਆਪਣੀ ਫੋਟੋ ਲਾਤੀ ਤੁਸੀਂ ਹਰੇਕ ਦਫ਼ਤਰ 'ਚ ਦੇਖਦੇ ਹੋਵੋਗੇ ਭਗਤ ਸਿੰਘ ਜੀ ਦੀ, ਇੱਕ ਲਾਤੀ ਆਪਣਾ ਬਾਬਾ ਸਾਹਿਬ ਅੰਬੇਡਕਰ ਦੀ। ਹੁਣ ਉਹਨਾਂ ਨੂੰ ਲਾ ਕੇ ਤੁਸੀਂ ਆਪਣਾ ਜਿਹੜੀ 35% ਵਸੋਂ ਹੈ ਜਿਹੜੀ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਪੀਰ ਪੈਗੰਬਰ ਤੋਂ ਘੱਟ ਨਹੀਂ ਸਮਝਦੀ, ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਫੋਟੋ ਦੇਖ ਦੇਖ ਕੇ ਰੱਜੀ ਜਾਓ, ਤੁਹਾਨੂੰ ਕੁਝ ਨਹੀਂ ਦੇਣਾ ਲੈਣਾ। 7 ਰਾਜ ਸਭਾ ਮੈਂਬਰ ਭੇਜੇ, ਇੱਕ ਵੀ ਦਲਿਤ ਨਹੀਂ ਭੇਜਿਆ। 158 ਲਾ ਅਫਸਰ ਰੱਖੇ, ਇੱਕ ਵੀ ਦਲਿਤ ਨਹੀਂ ਰੱਖਿਆ। ਆਪਣਾ ਐਸਸੀ ਕਮਿਸ਼ਨ ਜਦੋਂ ਦੀ 14 ਮਹੀਨੇ ਸਰਕਾਰ ਨੂੰ ਹੋ ਗਏ ਬਣੀ ਨੂੰ, ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਅਜੇ ਤੱਕ। 15 ਮੈਂਬਰ ਹੁੰਦੇ ਸੀਗੇ, ਨੋਟੀਫਾਈ ਕਰਕੇ 5 ਕਰ ਦਿੱਤੇ ਆ।
1800 ਕਰੋੜ ਸੀਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬੱਚਿਆਂ ਦਾ, ਉਹ 60 ਕਰੋੜ ਕਰਦਾ ਇਸ ਬਜਟ ਦੇ ਵਿੱਚ ਔਨ ਰਿਕਾਰਡ ਹੈਗਾ ਆ। ਆਪਣਾ 2 ਲੱਖ ਬੱਚਾ ਡ੍ਰੌਪ ਕਰ ਗਿਆ। ਜੇ ਗਵਰਨਰ ਸਾਹਿਬ ਨੇ ਪੁੱਛਿਆ ਤੇ ਹਾਈ ਤੋਬਾ ਕਰਤੀ ਕਿ ਤੁਸੀਂ ਇੰਟਰਫੀਅਰ ਕਰਦੇ ਹੋ। ਫਿਰ ਆਪਣਾ ਮੈਂ ਅੱਧਾ ਮਿੰਟ ਲਵਾਂਗਾ, 13,678 ਕਰੋੜ ਰੁਪਇਆ ਰੱਖਿਆ ਆਪਣਾ ਸਪੈਸ਼ਲ ਕੰਪੋਨੈਂਟ ਪਲਾਨ ਦੇ ਵਿੱਚ। 35% ਵਸੋਂ ਲਈ 6% ਬਜਟ ਦਾ ਪ੍ਰੋਵੀਜ਼ਨ ਰੱਖਿਆ। ਆਪਣਾ 2 ਲੱਖ ਜਿਹੜਾ ਆਪਣਾ 580 ਆਮ ਆਦਮੀ ਕਲੀਨਿਕ ਬਣਾਤੇ। ਉਹ ਉਹਨਾਂ ਦੇ ਵਿੱਚ ਨਾ ਦਵਾਈ ਮਿਲਦੀ ਹੈ ਡਿਸਪੈਂਸਰੀਆਂ ਦੇ ਵਿੱਚ, ਨਾ ਉੱਥੇ ਕੋਈ ਸਟਾਫ ਬੈਠਾ ਹੈਗਾ ਆ। ਤੇ ਆਪਣਾ ਇਹ ਜਿਹੜੇ ਆਪਣੇ ਹਾਥੀ के दांत खाने के और दिखाने के और फिर बार बार मैं चलो गल बढ़ती जा रही है लद्दर साहब, गल बढ़ती जा रही है। एक बारी मैं सिस्टम ਨੂੰ ਸਰਕਾਰ ਨੂੰ ਚਲਾਣਾ ਨਹੀਂ ਆਂਦਾ, ਨਾ ਇਹਨਾਂ ਦੇ ਵਜ਼ੀਰਾਂ ਦਾ ਕੋਈ ਕਿਰਦਾਰ ਹੈ, ਨਾ ਐਮਐਲਏ ਦਾ। ਗਗਨਦੀਪ ਜੀ ਛੋਟਾ ਜਿਹਾ ਜਵਾਬ, ਛੋਟਾ ਜਿਹਾ ਜੇ ਜਵਾਬ। ਤੁਸੀਂ ਕਹੋ ਤੇ ਮੈਂ ਸਾਰਿਆਂ ਦੀ ਆਪਣੀ ਲੰਬੀ ਫਹਿਰਿਸਤ ਨਹੀਂ ਫਹਿਰਿਸਤਾਂ ਬਹੁਤ ਲੰਬੀਆਂ ਨੇ ਗਗਨ ਜੀ, ਛੋਟਾ ਜਿਹਾ ਜਵਾਬ, ਸਮਾਂ ਬਹੁਤ ਹੁੰਦਾ ਜਾ ਰਿਹਾ ਜੀ। ਸੁਣ ਲਓ ਇਹਨਾਂ ਤੋਂ, ਇਹਨਾਂ ਦਾ ਜਵਾਬ ਕੀ ਆ, ਝੂਠ ਬੋਲਣਗੇ ਗਗਨ ਜੀ। ਨਵਜੋਤ ਜੀ, ਇੱਕ ਬੜਾ ਇੰਪੋਰਟੈਂਟ ਸੈਂਸਸ ਹੋਇਆ ਸੋਸ਼ਲ ਇਕਨੋਮਿਕ ਐਂਡ ਕਾਸਟ ਸੈਂਸਸ ਹਿੰਦੁਸਤਾਨ ਦੇ ਵਿੱਚ। ਉਹਦੇ ਵਿੱਚ ਪਤਾ ਲੱਗਣਾ ਸੀ ਸਾਨੂੰ ਉਹਦੇ ਥਰੂ ਕਿ ਜਿਹੜੇ ਸ਼ਡਿਊਲਡ ਕਾਸਟ ਦੀ ਕਿੰਨੀ ਪਾਪੂਲੇਸ਼ਨ ਵਧੀ ਹੈ ਤੇ BC ਜਿਹੜੇ ਹੈਗੇ ਨੇ ਉਹਦੀ ਕਿੰਨੀ ਆਬਾਦੀ ਵਧੀ ਹੈ ਤੇ ਕਿੱਥੇ ਕਿੰਨੀ ਆਬਾਦੀ ਹੈ। ਉਹ ਜਿਹੜਾ ਸੋਸ਼ਲ ਇਕਨੋਮਿਕ ਐਂਡ ਕਾਸਟ ਸੈਂਸਸ ਹੈ, ਮਤਲਬ ਸਾਰੀਆਂ ਸਰਕਾਰਾਂ ਨੇ ਇਹਨਾਂ ਉੱਤੇ ਪ੍ਰੈਸ਼ਰ ਪਾਇਆ, ਕਾਂਗਰਸ ਨੇ ਵੀ ਪਾਇਆ, ਆਮ ਆਦਮੀ ਪਾਰਟੀ ਨੇ ਵੀ ਪਾਇਆ। ਇਹ ਪਬਲਿਕ ਨਹੀਂ ਕਰ ਰਹੇ ਉਹਨੂੰ, ਇਹ ਕਹਿ ਰਹੇ ਆ ਤੁਸੀਂ ਮੇਰੇ ਪ੍ਰਸ਼ਨ ਦਾ ਡਾਟੇ ਦਾ ਜਵਾਬ ਦੇ ਦਿਓ ਕਿ ਕੀ 7 ਮੈਂਬਰਾਂ ਦੇ ਵਿੱਚੋਂ ਰਾਜ ਸਭਾ ਚੋਂ ਕੋਈ ਐਸੀ ਰੱਖਿਆ? ਕੀ 58 ਚਲੋ ਉਹਨਾਂ ਨੂੰ ਗੱਲ ਪੂਰੀ ਕਰ ਲਓ। 150 ਅਫਸਰਾਂ ਚੋਂ ਕੋਈ ਐਸੀ ਬੰਦਾ ਰੱਖਿਆ? ਉਹਨਾਂ ਨੇ ਜਵਾਬ ਦੇ ਦਿਓ। ਨਹੀਂ ਉਹਨਾਂ ਨੇ ਜਿਹੜੀਆਂ ਗੱਲਾਂ ਪੁੱਛੀਆਂ ਉਹ ਤੁਸੀਂ ਵੀ ਨਹੀਂ ਦੱਸੀਆਂ, ਤੁਸੀਂ ਮੈਂ ਜਿਹੜੀਆਂ ਪੁੱਛੀਆਂ ਉਹਨਾਂ ਨੇ ਦੱਸੀ। ਇੱਕ ਇੱਕ ਕਰਕੇ ਪੁੱਛ ਲਓ। ਹੁਣ ਉਹਨੇ ਗੱਲ ਸੁਣ ਲਈ, ਇੱਕ ਵਾਰੀ ਉਹਨੇ ਗੱਲ ਪੂਰੀ ਕਰ ਲਈ ਹੈ। ਇਹ ਤਾਂ ਹਰ ਗੱਲ ਨੂੰ ਕਿਸੇ ਹੋਰ ਪਾਸੇ ਘੁਮਾਉਂਦੇ ਆ। ਤੁਸੀਂ ਇਹ ਦੱਸੋ ਕਿ ਕਾਸਟ ਸੈਂਸਸ ਕਦੋਂ ਪਬਲਿਕ ਕਰੋਗੇ? ਮੈਨੂੰ ਭਾਈ ਕਾਸਟ ਸੈਂਸਸ ਮੈਂ ਬਾਅਦ ਚ ਗੱਲ ਕਰਾਂਗਾ, ਪਹਿਲਾਂ ਦੱਸੋ ਤੁਸੀਂ ਆਪਣਾ ਦਲਿਤਾਂ ਦਾ। ਮੈਂ ਡਿਬੇਟ RDF ਤੋਂ ਸ਼ੁਰੂ ਕੀਤੀ ਸੀ। ਦਲਿਤਾਂ ਦਾ ਕਿਉਂ ਕਿਉਂ ਕੱਢ ਰਹੇ ਹੋ? ਹਾਂ ਬਿਲਕੁਲ ਗੱਲ ਸਹੀ ਹੈ ਲੱਦੜ ਸਾਹਿਬ ਦੀ। ਇੱਕ ਮਿੰਟ ਗਗਨਦੀਪ ਜੀ, ਇਦੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ ਮੈਂ ਜਵਾਬ ਦੇਣਾ। ਗੱਲ ਸਹੀ ਹੈ ਵੀ ਇਹ ਦਲਤਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ, ਇਦਾਂ ਕਚੂਮਰ ਨਹੀਂ ਕੱਢਣਾ ਚਾਹੀਦਾ। ਹੁਣ ਭਾਈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਬਹੁਤ ਸਾਰੀ ਵਸੋਂ ਅੱਜ ਵੀ ਮੈਜੋਰਿਟੀ ਜਿਹੜੀ ਵਸੋਂ ਆ ਉਹ ਪਿੰਡਾਂ 'ਚ ਹੈ। ਪਿੰਡਾਂ ਦੇ ਨਾਲ SC BC ਕਲਾਸ ਦੇ ਲੋਕ ਜਿਹੜੇ ਆ ਉਹ ਫਾਰਮਰ ਦੇ ਨਾਲ ਲੇਬਰ ਤੇ ਜਾਂਦੇ ਆ। ਹੁਣ ਤੁਸੀਂ ਉਹ ਕਚੂਮਰ ਨੂੰ ਬਚਾਉਣ ਲਈ RDF ਜਾਰੀ ਕਰਵਾਓਗੇ ਕਿ ਨਹੀਂ ਕਰਵਾਓਗੇ? ਲੱਦੜ ਸਾਹਿਬ ਜਵਾਬ। ਹਾਂਜੀ, ਆਪਣਾ ਨਵਜੋਤ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਲੈਰੀਫਾਈ ਕੀਤਾ ਹੈਗਾ ਕਿ ਜੇ ਤਾਂ ਪੈਸਾ ਪੰਜਾਬ ਦਾ ਲਿਆ ਇਨ ਦਾ ਫਾਰਮ ਆਫ RDF ਔਰ ਆਪਣਾ ਮਾਰਕੀਟ ਫੀ, ਤਾਂ ਮੈਂ ਗਾਰੰਟੀ ਦਿੰਨਾ ਪੈਸਾ ਪੰਜਾਬ ਨੂੰ ਮਿਲੇਗਾ। ਲੇਕਿਨ ਜੇ ਪੈਸਾ FCI ਨੇ ਆਪਣੇ ਪੈਸਿਆਂ ਦੇ ਵਿੱਚੋਂ ਦਿੱਤਾ ਹੈਗਾ ਤਾਂ ਭਾਈ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ, ਭਾਵੇਂ ਉਹ 5% ਦੇ ਦੇਣ, ਭਾਵੇਂ 2 ਦੇ ਦੇਣ, ਭਾਵੇਂ ਨਾ ਦੇਣ। ਤੁਸੀਂ ਵੈਰੀਫਾਈ ਕਰ ਲਓ। ਜੇ ਪੈਸਾ ਪੰਜਾਬ ਦਾ ਹੈ ਤਾਂ ਪੰਜਾਬ ਨੂੰ ਜ਼ਰੂਰ ਮਿਲੇਗਾ। ਅਖੀਰ ਦੇ ਵਿੱਚ ਖੜਿਆਲ ਸਾਹਿਬ, ਗੱਲ ਪੰਜਾਬ ਦੀ ਹੈ, ਗੱਲ BJP ਦੀ, ਕਾਂਗਰਸ ਦੀ, ਆਮ ਆਦਮੀ ਪਾਰਟੀ ਦੀ ਨਹੀਂ, ਗੱਲ ਇਸ ਵੇਲੇ ਪੰਜਾਬ ਦੀ ਹੈ। ਤੇ ਹਰ ਪਾਰਟੀ ਪੰਜਾਬ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ਾਂ ਦੇ ਵਿੱਚ ਯਤਨਸ਼ੀਲ ਹਮੇਸ਼ਾ ਰਹਿੰਦੀ ਹੈ। ਸੋ ਇਸ ਮੁੱਦੇ ਦੇ ਉੱਤੇ ਓਪੋਜੀਸ਼ਨ ਗਵਰਨਮੈਂਟ ਨੂੰ ਫੁੱਲ ਸਪੋਰਟ ਕਰੇਗੀ ਜਾਂ ਨਹੀਂ ਕਰੇਗੀ? ਸਰਕਾਰ ਸਹੀ ਕੰਮ ਕਰਨ ਲੱਗੇ, ਸਰਕਾਰ ਇਸ ਇਸ਼ੂ ਨੂੰ ਆਪਣੀ ਪ੍ਰਾਇੋਰਟੀ ਬਣਾਵੇ। ਬਿਕੋਜ਼ ਐਜ਼ ਆਫ ਨਾਓ ਜੋ ਸਾਨੂੰ ਦੇਖ ਰਿਹਾ ਧਾਲੀਵਾਲ ਸਾਹਿਬ, ਸਭ ਨੂੰ ਦਿਖ ਰਿਹਾ ਕਿ BJP ਵੀ ਤੇ ਆਮ ਆਦਮੀ ਪਾਰਟੀ ਵੀ ਮੁੱਦਾ ਕੀ RDF ਤੇ ਮਾਰਕੀਟ ਫੀਸ ਦਾ। ਚਲੇ ਕਿੱਥੇ ਗਏ ਜੀ? ਉਧਰ ਜੀ, ਉਹ ਉਧਰ ਚਲੇ ਗਏ ਸੈਂਟਰ ਵੱਲ ਜੀ, ਉਹ ਉਧਰ ਚਲੇ ਗਏ ਸੁਪਰੀਮ ਕੋਰਟ ਵੱਲ ਜੀ, ਉਹ ਉਧਰ ਚਲੇ ਗਏ ਹੋਰ ਸਟੇਟਾਂ ਵੱਲ। ਮਤਲਬ ਕੀ ਮੁੱਦਾ ਕੀ ਹੈ? ਤੁਸੀਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਜਾਣ ਬੁੱਝ ਕੇ ਕਰਦੇ ਆ ਇਹ, ਤਾਂ ਕਿ ਲੋਕਾਂ ਨੂੰ ਜਵਾਬ ਦੇਣ ਦੀ ਨਾ BJP ਨੂੰ ਲੋੜ ਪਵੇ ਨਾ ਆਮ ਆਦਮੀ ਪਾਰਟੀ ਨੂੰ। ਚਲੋ ਮੈਂ ਤਾਂ ਹੀ ਤਾਂ ਮੁੱਦੇ ਤੇ ਲਿਆਂਦਾ, ਮੈਂ ਤਾਂ ਹੀ ਤੁਹਾਨੂੰ ਪੁੱਛਿਆ ਤੁਹਾਡੀ ਸਪੋਰਟ ਰਹੇਗੀ, ਤੁਹਾਡੀ ਸਪੋਰਟ ਰਹੂਗੀ। ਮੈਂ ਦੱਸਣਾ, ਮੈਂ ਕਹਿੰਦਾ ਸਹੀ ਕੰਮ ਕਰਨ ਲੱਗਣ ਸਰ ਪੂਰੀ ਸਪੋਰਟ ਕਰਾਂਗੇ। ਸਹੀ ਕੰਮ ਨਹੀਂ ਕਰ ਰਹੇ, ਇਹ ਪ੍ਰੋਬਲਮ ਇੱਥੇ। ਦੂਜੀ ਗੱਲ, ਆਮ ਆਦਮੀ ਪਾਰਟੀ 20-30 ਕਰੋੜ ਦਾ ਇਹ ਪਹਿਲਾ ਵਾਅਦਾ ਕਰੀ ਬੈਠੇ ਹੈ, ਇਧਰੋਂ ਕੱਢਾਂਗੇ ਉਧਰੋਂ ਕੱਢਾਂਗੇ। ਮੈਂ ਕਹਿੰਦਾ ਤੁਸੀਂ 1000 ਕਰੋੜ ਦੀ ਮਾਰ ਪਈ ਹੈ ਨਾ, ਤੁਸੀਂ 20-30 ਕਰੋੜ ਕੱਢ ਕੇ ਤੇ ਲਾ ਦਿਓ ਪੰਜਾਬ ਤੇ। ਐਰੋਗੈਂਸ ਵੀ ਰੱਖਿਓ, ਅਹੰਕਾਰ ਵੀ ਰੱਖਿਓ ਜਿਹੜਾ ਤੁਸੀਂ ਨਹੀਂ ਛੱਡਣਾ ਚਾਹੁੰਦੇ, ਤੇ BJP ਨੂੰ ਜਵਾਬ ਵੀ ਮਿਲ ਜੂਗਾ ਤੇ ਪੰਜਾਬ ਨੂੰ ਰਾਹਤ ਵੀ ਮਿਲ ਜੂਗੀ। ਯੂ ਵਿਲ ਬੀ ਏਬਲ ਟੂ ਕਿਲ 3 ਬਰਡਸ ਵਿਦ 1 ਸਟੋਨ। ਤੁਸੀਂ ਕਰ ਹੀ ਨਹੀਂ ਰਹੇ ਕਿਉਂਕਿ ਖੋਖਲੇ ਦਾਅਵੇ ਤੇ ਖੋਖਲੇ ਵਾਅਦੇ ਕਰਨ ਦੀ ਚਲੋ ਲਾਸਟ 2 ਚੀਜ਼ਾਂ ਬੜਾ ਸ਼ਾਰਟ ਰੱਖੂੰਗਾ, 20 ਸੈਕਿੰਡ। ਪਹਿਲਾਂ ਤਾਂ RDF ਦੀ ਗੱਲ ਗਗਨ ਜੀ ਨੇ ਕੀਤੀ, ਕਾਂਗਰਸ ਵਾਲੇ ਆ ਹੋਇਆ ਉਹ ਹੋਇਆ। ਪਹਿਲਾਂ ਤਾਂ ਕਦੇ ਤੁਸੀਂ ਇਹ ਚੀਜ਼ ਨਾ ਹਾਈਲਾਈਟ ਕੀਤੀ, ਨਾ ਕਦੇ ਐਕਸਪੋਜ਼ ਕਰ ਸਕੇ, ਕੋਈ ਐਕਸ਼ਨ ਇਨੀਸ਼ੀਏਟ ਕੀਤਾ। ਦੂਜਾ ਇਹ ਹੈ
ਕਿ ਕਦੇ ਵੀ ਆਰਡੀਐਫ ਦੇ ਫੰਡ ਇੰਨੇ ਥੱਲੇ ਨਹੀਂ ਗਏ ਜਿੰਨੇ ਆਮ ਆਦਮੀ ਪਾਰਟੀ ਵਾਲੇ ਗਏ ਹੈ। ਤੇ ਇਕਲੌਤੇ ਨਹੀਂ, ਹੋਰ ਮੈਂ ਤੁਹਾਨੂੰ 4 ਹੋਰ ਦੱਸੇ ਹੈ। ਤੀਜਾ ਹੀ ਹੈ ਕਿ ਆਮ ਆਦਮੀ ਪਾਰਟੀ ਵੋਟ ਅਬਾਊਟਰੀ ਕਰਨ ਲੱਗ ਜਾਂਦੀ ਹੈ, ਦੂਜੇ ਨੂੰ ਸਵਾਲ ਕਰੂਗੀ ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਵੀ ਸਰਕਾਰ ਤਾਂ ਤੁਹਾਡੀ ਹੈ, ਜੇ ਵੋਟ ਅਬਾਊਟਰੀ ਕਰਕੇ 2 ਸਾਲ 4 ਸਾਲ 10 ਸਾਲ ਪੁਰਾਣੀ ਗੱਲਾਂ ਕਰਕੇ ਸਮਾਧਾਨ ਮਿਲਦਾ ਤਾਂ ਕਰੋ, ਜੇ ਨਹੀਂ ਮਿਲਦਾ ਤਾਂ ਆਪਦਾ ਕੰਮ ਕਰਨਾ ਸ਼ੁਰੂ ਕਰ ਦਿਓ। ਲਾਸਟ ਪੁਆਇੰਟ, ਆਮ ਆਦਮੀ ਪਾਰਟੀ ਯੂ ਟਰਨ ਕਿਵੇਂ ਮਾਰਦੀ ਹੈ, ਕਿਵੇਂ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਨਹੀਂ ਕਰਦੀ। ਇਹਨਾਂ ਨੇ ਮਹੀਨਾ ਪਹਿਲਾਂ ਕਿਹਾ ਸੀ ਕੋਰਟ ਜਾਵਾਂਗੇ, ਕੋਰਟ ਗਏ ਹੀ ਨਹੀਂ। ਮੈਂ ਇਹ ਪ੍ਰੂਵ ਕਰਨਾ ਚਾਹੁੰਦਾ ਕਿ ਨੀਅਤ ਨਹੀਂ ਹੈ, ਇੰਟੈਂਸ਼ਨ ਨਹੀਂ ਹੈ ਲੜਨ ਦੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ, ਤੁਸੀਂ ਆਏ, ਸਮਾਂ ਕੱਢਿਆ, ਆਪਣੀ ਗੱਲਬਾਤ ਰੱਖੀ, ਪਰ ਮੈਂ ਫੇਰ ਸਾਰਿਆਂ ਨੂੰ ਗੱਲ ਕਹੂੰਗਾ ਕਿ ਪੰਜਾਬੀ ਦੀ ਕਹਾਵਤ ਹੈ ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ, ਤੇ ਹੁਣ ਵੀ ਸਿਰ ਜੋੜ ਕੇ ਇਕੱਠੇ ਹੋ ਜਾਓ, ਪੰਜਾਬ ਦਾ ਭਲਾ ਹੋ ਜਾਊਗਾ। ਤੇ ਨਹੀਂ ਫਿਰ ਪੱਲੇ ਸਿਆਸਤ ਕਰਨ ਨੂੰ ਬਚਣਾ ਕੁਝ ਨਹੀਂ, ਜੇ ਬੰਦੇ ਬਚਣਗੇ ਤਾਂ ਹੀ ਬੰਦਿਆਂ ਤੇ ਸਿਆਸਤ ਹੋਊਗੀ, ਤੇ ਫਿਰ ਨਹੀਂ ਸਾਨੂੰ ਪਤਾ ਹੀ ਹੈ ਕਿ ਅਸੀਂ ਕਿਸ ਘਰ ਵੱਲ ਜਾਣਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।